अस्सलाम वालेकुम। प्रोग्राम जुर्म अंजाम के साथ मैं हूं मुजाहिद शेख। आज के जुर्म अंजाम में हम आपको दिखाएंगे कि गुलदश्त कॉलोनी चौकी की हदूद में एक कत्ल की वारदात होती है। एक नौजवान जिसका नाम तनवीर है उसको पहले अगवा किया जाता है। उसके अगवा की FIR थाना शमाली छोनी की हदूद में दर्ज हो जाती है। फिर उसके बाद उसकी लाश कसूर से नहर के किनारे यानी कि नहर से मिल जाती है। फिर उसकी तफ्तीश का आगाज़ होता है। मुल्ज़मान इन्वेस्टिगेशन पुलिस गिरफ़्तार भी कर लेती है। लेकिन जब हम घर वालों से बात करते हैं तो घर वाले कहते हैं कि उन्हें ये वजह नहीं मालूम कि उनके प्यारे को, उसके प्यारे को, बेटे को, भाई को कत्ल क्यों किया जाता है। लेकिन जब इन्वेस्टिगेशन के पास जाते हैं तो इन्वेस्टिगेशन पुलिस एक बड़ा इंकशाफ करती है कि कत्ल की यानी कि वजह अनात कत्ल की ये थी हम जिन्स परस्ती। ये मामला है क्या, कत्ल क्यों होता है, क्या वाकई मरने वाले के साथ मुल्ज़मान का कोई जिनसी ताल्लुक़ था, वजह क्या थी, इन्वेस्टिगेशन पुलिस क्या कहती है और उनकी तफ्तीश क्या कहती है और घर वाले क्या कहते हैं, ये सब कुछ आपको दिखाते हैं आज के इस प्रोग्राम में। चौकी गुलदश्त कॉलोनी की हदूद में एक नौजवान पहले लापता होता है। घर वाले उसकी तलाश करते हैं, फिर उसके बाद पुलिस को इतला दी जाती है, लेकिन पुलिस जो है वो भी नाकाम रहती है उसकी तलाश में। और फिर उसके बाद FIR दर्ज की जाती है। फिर कुछ दिनों के बाद उसकी डेड बॉडी जो है वो कसूर से नहर से मिलती है और पुलिस जो है वो उसको लावारिस लाश समझ के तदफीन कर देती है। शुमाली छोनी पुलिस स्टेशन की हदूद में ये वाक़या पेश आता है जिसको गुलदश्त कॉलोनी पुलिस चौकी कहा जाता है। और यहाँ पे जब ये वाक़या पेश आता है तो पुलिस जो है वो थोड़ी सी कोताही करती है, थोड़ी सी लापरवाही करती है। वाक़ईन बहुत सारे लोगों को शामिल तफ्तीश करने के लिए कहते हैं, लेकिन पुलिस जो है हस्बे मामूल सुस्त रवि का शिकार रहती है। ये मामला है क्या, मुकदमे के मुद्दई और मकतूल के भाई और साथ ही मकतूल के बेनोई हमारे साथ हैं, इनसे जानते हैं ये मामला है क्या और डेड बॉडी कहाँ से मिली और जो पुलिस ने मुल्ज़मान गिरफ्तार किए हैं वो कौन है। पहले दसो कि मरण वाला ਜਿਹੜਾ ਸੀ ਉਹਦਾ ਨਾਮ ਤਨਵੀਰ ਸੀ। ਤਨਵੀਰ ਅਹਿਮਦ। ਤੁਹਾਡਾ ਕੀ ਰਿਸ਼ਤਾ ਸੀ? ਮੈਂ ਉਹਨਾਂ ਦਾ ਬਹਿਨੋਈ ਹਾਂ। ਤੁਸੀਂ ਬਹਿਨੋਈ ਹੋ? ਹਾਂਜੀ। ਕੀ ਹੋਇਆ ਮਾਮਲਾ? ਮਾਮਲਾ ਇਹੋ ਹੋਇਆ ਕਿ ਉਹਨਾਂ ਨੇ ਕਾਲ ਕਰਕੇ ਇਹਨੂੰ ਬੁਲਾਇਆ। ਠੀਕ ਹੈ। ਔਰ ਬੁਲਾਉਣ ਤੋਂ ਬਾਅਦ ਉਹ ਵਾਪਸ ਨਹੀਂ ਆਇਆ। ਠੀਕ ਹੈ। ਠੀਕ ਹੈ। ਆਖਰੀ ਕਾਲ ਜਿਹੜੀ ਹੈ ਉਹ ਉਹਨਾਂ ਦੇ ਨਾਲ ਹੀ ਟੱਚ ਹੈ ਔਰ ਉਹ ਖੈਰੇ ਪੁਲ ਤੇ ਜਾ ਕੇ ਖਤਮ ਹੋ ਜਾਂਦੀ। ਠੀਕ ਹੈ। ਠੀਕ ਹੈ। ਸਾਨੂੰ ਦੂਸਰੇ ਦਿਨ ਤੀਸਰੇ ਦਿਨ ਅਸੀਂ ਉਹਨੂੰ ਨਹੀਂ ਆਇਆ, ਅਸੀਂ ਉਹਨੂੰ ਲੱਭਣ ਦੀ ਕੋਸ਼ਿਸ਼ ਕੀਤੀ, ਨਹੀਂ ਮਿਲਿਆ। ਅਸੀਂ ਗੁਲਦਸਤੋਂ ਜਾ ਕੇ ਤੇ ਦਰਖਾਸਤ ਦਿੱਤੀ ਹੈ ਕਿ ਸਾਡਾ ਭਾਈ ਇਹਨੂੰ ਨਹੀਂ ਲੱਭ ਰਿਹਾ ਤੇ ਲਿਆਦਾ ਉਹਦਾ ਪਤਾ ਕੀਤਾ ਜਾਵੇ। 3 ਦਿਨ ਲਗਾਤਾਰ ਉੱਥੇ ਜਾਂਦੇ ਰਹੇ, ਸਾਨੂੰ ਉਹਨਾਂ ਨੇ ਕੁਝ ਨਹੀਂ ਦੱਸਿਆ। ਪੁਲਿਸ ਨੇ? ਹਾਂਜੀ, ਪੁਲਿਸ ਨੇ ਸਾਡਾ ਤਾਮਨ ਨਹੀਂ ਕੀਤਾ। ਲਿਆਦਾ ਕਿਹੜੀ ਪੁਲਿਸ ਕੋਲ ਗਏ ਤੁਸੀਂ? ਅਸੀਂ ਇੱਥੇ ਗੁਲਦਸਤੋਂ ਗਏ ਆ ਜਿਹੜੀ ਚੌਕੀ ਹੈ। ਠੀਕ ਹੈ। ਠੀਕ ਹੈ। ਉਹਨਾਂ ਕੋਲ 3 ਦਿਨ ਜਾਂਦੇ ਰਹੇ ਕਿ ਸਾਡੀ ਦਰਖਾਸਤ ਜਿਹੜੀ ਉਹ ਮਾਰਕ ਕਰਕੇ ਅੱਗੇ ਘੱਲ ਦਿਓ, ਲਿਆਦਾ ਸਾਡਾ ਬੱਚਾ ਨਹੀਂ ਲੱਭਣ ਦਿਆ। ਉਹਨਾਂ ਨੇ ਕਿਹਾ ਜੀ ਕੱਲ ਹੋ ਜਾਏਗਾ, ਪਰਸੋਂ ਹੋ ਜਾਏਗਾ। ਸਾਨੂੰ 3-4 ਦਿਨ ਤੇ ਉਹਨਾਂ ਨੇ ਲੇਟ ਕੀਤਾ। ਅਖੀਰ ਜਿਸ ਤਰ੍ਹਾਂ ਵੀ ਉਹ ਉਹਨਾਂ ਨੇ ਦਰਖਾਸਤ ਨੂੰ ਮਾਰਕ ਕਰਵਾਇਆ, ਮਾਰਕ ਕਰਵਾ ਕੇ ਫਿਰ ਅਸੀਂ ਅੱਗੇ ਗਏ ਆ। ਉਹਨਾਂ ਨੂੰ ਅਸੀਂ ਜਾ ਕੇ ਦੱਸਿਆ FIR ਨਹੀਂ ਹੋਈ ਪਹਿਲੇ FIR ਨਹੀਂ ਹੋਈ। ਠੀਕ ਹੈ। ਫਿਰ ਉਹਨਾਂ ਨੇ 365 ਲਾ ਕੇ ਫਿਰ ਉਹਨਾਂ ਨੇ FIR ਕੀਤੀ 3 ਤੋਂ 4 ਦਿਨ ਬਾਅਦ। ਠੀਕ ਹੈ। ਫਿਰ ਅਸੀਂ ਉਹਨਾਂ ਨੂੰ ਜਾ ਕੇ ਦੱਸਿਆ ਕਿ ਸਾਡਾ ਬੱਚਾ ਨਹੀਂ ਲੱਭ ਰਿਹਾ, ਲਿਆਦਾ ਇਹ ਸਾਡੇ ਮੁਜਰਮ ਨੇ। ਠੀਕ ਹੈ। ਸਾਨੂੰ ਇਹਨਾਂ ਦੇ ਸ਼ੱਕ ਹੈ। ਦੋਸਤ ਸਨ ਇਹ 3 ਦੋਸਤ। ਤਨਵੀਰ ਦੇ ਦੋਸਤ ਸਨ। ਕੀ ਨਾਮ ਸੀ ਉਹਨਾਂ ਦਾ? ਇੱਕ ਦਾ ਸੀ ਠੀਕ ਹੈ, ਤੇ ਤੀਸਰਾ ਦਾ ਨਾਮ। ਠੀਕ ਹੈ। ਇਹ ਤਿੰਨੋਂ ਦੇ ਦੋਸਤ ਸਨ, ਚੌਥਾ ਆਇਆ ਸੀ ਔਰ ਇਹ ਚਾਰੋਂ ਤਕਰੀਬਨ ਉੱਥੇ ਪਹੁੰਚੇ ਨੇ। ਠੀਕ ਹੈ। ਔਰ ਉਹਨਾਂ ਨੇ ਜੋ ਵੀ ਉੱਥੇ ਕੀਤਾ, ਅਸੀਂ ਪੁਲਿਸ ਨੂੰ ਪਹਿਲੇ ਦਿਨ ਇਹ ਕਹਿੰਦੇ ਰਹੇ ਹਾਂ ਕਿ ਲਿਆਦਾ ਇਹ ਬੰਦੇ ਨੂੰ ਸ਼ੱਕ ਦੀ ਬਣਾ ਤੇ ਅਸੀਂ ਤੁਹਾਨੂੰ ਫੜਾ ਰਹੇ ਹਾਂ, ਇਹਨੂੰ ਫੜੋ। ਠੀਕ ਹੈ। ਸਾਨੂੰ ਪੁਲਿਸ ਨੇ ਬਹੁਤ ਖਰਾਬ ਕੀਤਾ। ਅਸੀਂ ਜੋ ਵੀ ਉਹਨਾਂ ਨੇ ਕਹਿੰਦੇ ਨੇ ਸਾਡੀ ਨਹੀਂ ਮੰਨੀ, ਉਹ ਆਪਣੀ ਮਰਜ਼ੀ ਕਰਦੇ ਰਹਿਣਾ। ਅਸੀਂ ਉਹਨਾਂ ਨੂੰ ਕਹਿੰਦੇ ਰਹੇ, ਕਹਿੰਦੇ ਉਹਨੂੰ ਫੜੋ, ਇੱਕ ਵਾਰੀ ਤੁਸੀਂ ਫੜੋਗੇ ਤਾਂ ਸਾਡਾ ਮੁਜਰਮ ਲੱਭ ਜਾਏਗਾ, ਸਾਡੇ ਬੱਚਿਆਂ ਦਾ ਪਤਾ ਚੱਲ ਜਾਏਗਾ। ਠੀਕ ਹੈ। ਇਹਨਾਂ ਨੇ ਸਾਡੇ ਤੇ ਗੌਰ ਨਹੀਂ ਕੀਤੀ, ਬਿਲਕੁਲ ਇਹਨਾਂ ਸਾਡੇ ਤੇ ਗੌਰ ਨਹੀਂ ਕੀਤੀ ਔਰ ਸਾਨੂੰ ਪੁਲਿਸ ਨੇ ਖਰਾਬ ਕੀਤਾ। ਅਖੀਰ ਇਹਨਾਂ ਨੂੰ ਜਦੋਂ ਸ਼ਵਾਹਿਦ ਮਿਲੇ ਉਹ ਵੀ ਅਸੀਂ ਦਿੱਤੇ। ਅਸੀਂ ਇਹਨਾਂ ਨੂੰ ਦੱਸਿਆ ਕਿ ਇਹ ਡਾਟਾ ਹੈ, ਇਹ ਇੱਧਰ ਨੂੰ ਜਾ ਰਿਹਾ ਤੇ ਇਹੋ ਹੀ ਬੰਦਾ। ਫਿਰ ਇਹਨਾਂ ਰੇਟ ਕੀਤੀ ਉਹਨੂੰ ਰਾਤ ਨੂੰ, ਉਹ ਵੀ ਸਾਡੇ ਕਹਿਣ ਤੇ, ਪਤਾ ਨਹੀਂ ਸੀ ਕਿੰਨਾ ਕੁ ਜ਼ੋਰ ਲਾਇਆ। ਔਰ ਰੇਟ ਕਰਨ ਤੋਂ ਬਾਅਦ ਇਹ ਉਹਦੇ ਪਕੜਨ ਵਾਸਤੇ ਛਾਪਾ ਮਾਰਿਆ। ਮਤਲਬ ਕਿ ਉੱਥੇ ਗਏ ਰਾਤ 2 ਵਜੇ ਗਏ, ਉਹਦੇ ਭਾਈ ਫੜੇ ਗਏ ਨੇ। ਉਹਨੇ ਸਵੇਰ ਕੱਚੀ ਜ਼ਮਾਨਤ ਕਰਾ ਲਈ, ਉਹਨੂੰ ਟਾਈਮ ਮਿਲ ਗਿਆ। ਇਸ ਟਾਈਮ ਦੇ ਵਿੱਚ ਵੀ ਇਹਨਾਂ ਨੇ ਅੱਲਾ ਜਾਣਦਾ ਉਹਦੇ ਕੋਈ ਪੈਸੇ ਖਾਦੇ ਨੇ, ਸਾਨੂੰ ਨਹੀਂ ਪਤਾ। ਇਹਨਾਂ ਨੇ ਫਿਰ ਵੀ ਗੌਰ ਨਹੀਂ ਕੀਤੀ। ਅਸੀਂ ਉੱਥੇ ਜਾ ਕੇ ਉਹਨਾਂ ਨੂੰ ਪਿੱਟਦੇ ਰਹੇ ਹਾਂ
ਕਿ ਭਾਜੀ ਇਹ ਸਾਡਾ ਮੁਜਰਮ ਹੈ, ਤੁਸੀਂ ਇਹਨੂੰ ਫੜੋ। ਉਹ ਕਹਿੰਦੇ ਜੀ ਇਹਨੇ ਕੱਚੀ ਬੇਲ ਕਰਵਾਈ ਹੈ, ਤੇ ਕੱਚੀ ਬੇਲ ਕਰਵਾਈ ਤਾਂ ਅਸੀਂ ਕੀ ਕਰੀਏ। ਅਖੀਰ ਇਹਨੇ ਜਿਹੜਾ ਸਾਡਾ ਹੈਗਾ ਨਾ ਅੰਚਾਰੇ ਸਾਹਿਬ, ਇਹ ਜਿਹਦੇ ਕੋਲ ਤਫਸੀਸ਼ ਸੀ ਉਹਨੂੰ ਬਦਲ ਦਿੱਤਾ, ਤਫਸੀਸ਼ੀ ਦੂਸਰਾ ਆਇਆ, ਉਹਨੇ ਸਾਡੀ ਮਦਦ ਕੀਤੀ, ਥੋੜੀ ਜੀ ਮਦਦ ਕੀਤੀ। ਉਹਨੇ ਇਹਨੂੰ ਜਦੋਂ ਪਕੜਿਆ ਬੇਲ ਦੇ ਵਿੱਚ ਹੀ, ਇਹ ਪਹਿਲੇ ਛਿੱਤਰ ਨਾਲ ਹੀ ਮੰਨ ਗਿਆ ਕਿ ਮੈਂ ਧੱਕਾ ਦਿੱਤਾ, ਮੈਂ ਨਹਿਰ ਸੁੱਟਿਆ। ਠੀਕ ਹੈ। ਸਾਡੇ 15-20 ਦਿਨ ਇਹਨਾਂ ਨੇ ਜ਼ਾਇਆ ਕਰਾਏ ਆ, 3 ਤਫਸੀਸ਼ੀ ਬਦਲੇ ਨੇ। ਸਾਨੂੰ ਦੱਸੋ ਵੀ ਅਸੀਂ ਇਸ ਦੌਰਾਨ ਆਪਣਾ ਬੱਚਾ ਆਪਣੇ ਘਰ ਨਾਲ ਲਿਆ ਕੇ ਦਫਨ ਕਰਦੇ। ਤਦਫੀਨ ਉੱਥੇ ਹੀ ਹੋਈ ਉੱਥੇ ਹੀ। ਅਗਰ ਇਹਨਾਂ ਨੇ 9 ਤਰੀਕ ਨੂੰ ਹੀ ਸੁੱਟ ਦਿੱਤਾ ਸੀ, 3 ਦਿਨ ਉਹ ਪਾਣੀ 'ਚ ਰਿਹਾ, 3 ਦਿਨ ਥਾਣੇ ਰਿਹਾ, ਠੀਕ ਹੈ। ਉਸ ਤੋਂ ਬਾਅਦ ਉਹਨਾਂ ਲਾਵਾਰਸ ਕਰਕੇ ਤੇ ਇਹਨੂੰ ਦਫਨ ਕਰ ਦਿੱਤਾ ਉੱਥੇ। ਸਾਡਾ ਤਾਂ ਦੇਣ ਹੀ ਨਹੀਂ ਸੀ, ਲੇਕਿਨ ਅਸੀਂ ਕਹਿੰਦੇ ਰਹੇ ਕਿ ਉਹਨੂੰ ਫੜੋ। ਉਹਨੂੰ ਉਹਨਾਂ ਨੇ ਇੰਨੀ ਦੇਰ ਕਰਤੀ ਕਿ ਸਾਡੇ ਵਾਸਤੇ ਮੁਸ਼ਕਲ ਹੋ ਗਿਆ ਉਹਨੂੰ ਇੱਥੇ ਲਿਆਉਣਾ। ਹੁਣ ਕਿਸ ਨਾਲ ਲਿਆਈ ਉਹਨੂੰ ਇੱਥੇ। ਬਿਲਕੁਲ ਠੀਕ ਹੈ। ਅੱਛਾ ਦੱਸੋ ਕਿ ਮੁਲਜ਼ਮਾਂ ਦੀ ਕੀ ਦੁਸ਼ਮਣੀ ਸੀ। ਕੁਛ ਵੀ ਨਹੀਂ, ਆਪਸ ਵਿੱਚ ਕੋਈ ਰੰਜਿਸ਼ ਹੋਏਗੀ। ਸਾਡੇ ਸਾਹਮਣੇ ਤਾਂ ਕੋਈ ਦੁਸ਼ਮਣੀ ਨਹੀਂ ਸੀ, ਲੇਕਿਨ ਇਹਨਾਂ ਦੀ ਆਪਸ ਵਿੱਚ ਕੋਈ ਸੁਣਿਆ ਕੋਈ ਰੰਜਿਸ਼ ਹੈ ਸੀ। ਕੀ ਰੰਜਿਸ਼ ਸੀ ਇਹ ਹੁਣ ਉਹ ਦੱਸ ਸਕਦੇ ਨੇ। ਪੁਲਿਸ ਨੇ ਮੁਲਜ਼ਮਾਂ ਨੂੰ ਫੜਿਆ, ਪੁਲਿਸ ਨੇ ਦੱਸਿਆ ਕਿ ਮੁਲਜ਼ਮ, ਪੁਲਿਸ ਨੇ ਸਾਡੇ ਕਹਿਣ ਤੇ ਜਿਹੜਾ ਮੁਜਰਮ ਫੜਿਆ ਨਾ, ਉੱਥੇ ਤੇ ਕਿੱਸਾ ਹੀ ਖਤਮ ਕਰਦੀ ਪਈ ਸੀ। ਮੈਡਮ ਕੋ ਪੇਸ਼ ਹੋਏ ਨੇ ਤੇ ਉਹਦੇ ਤੇ ਗ੍ਰਿਫਤਾਰੀ ਪਾ ਰਹੇ ਨੇ ਕਿ ਇਹ ਜੀ ਪੱਕਾ ਹੋ ਗਿਆ। ਉਹ ਤੇ ਅਸੀਂ ਉਹਨਾਂ ਨੂੰ ਕਿਹਾ ਕਿ ਇਹ ਇਕੱਲਾ ਮਾਰ ਸਕਦਾ, ਸਾਡਾ ਭਾਈ ਤੇ 6 ਫੁੱਟ ਦਾ ਸੀ, ਮਾਸ਼ਾਅੱਲਾ ਜਵਾਨ ਸੀ। ਫਿਰ ਉਹ ਮੈਡਮ ਨੇ ਕਿਹਾ ਕਿ ਇਹਦੀ ਤਫਸੀਸ਼ ਦੁਬਾਰਾ ਕੀਤੀ ਜਾਵੇ। ਠੀਕ ਹੈ। ਦੁਬਾਰਾ ਤਫਸੀਸ਼ ਕੀਤੀ, ਮੁੜ ਕੇ 3 ਹੋ ਗਏ। ਫਿਰ ਉਹ ਕਿੱਥੋਂ ਆ ਗਿਆ। ਅਗਰ ਅੰਚਾਰੇ ਸਾਹਿਬ ਪਹਿਲੇ ਕਹਿ ਰਹੇ ਨੇ ਕਿ ਇਹ ਇਕੱਲਾ ਹੈ, ਇੱਥੋਂ ਸਾਬਤ ਹੁੰਦਾ ਹੈ ਕਿ ਇਹ ਕੋਈ ਮਿਲੀ ਭਗਤ ਹੈ, ਇਹਨਾਂ ਨੇ ਕੋਈ ਮਾਲ ਖਾਦਾ ਤਾਂ ਉਹਨੂੰ ਇਕੱਲੇ ਨੂੰ ਪੇਸ਼ ਕਰਦੇ ਪਿਆ ਨਾ। ਠੀਕ ਹੈ। ਫਿਰ 2 ਹੋ ਗਿਆ, ਫਿਰ 3 ਹੋ ਗਿਆ, ਹੁਣ 3 ਕਿੱਥੋਂ ਆਏ। ਫਿਰ ਇਹਨਾਂ ਨੂੰ ਐਸਐਸਪੀ ਦਾ ਉੱਤੇ ਜਦੋਂ ਹੋਏ ਨੇ, ਉਹਨਾਂ ਨੇ ਵੀ ਇਹ ਗੱਲ ਕਹੀ ਕਿ ਜਿਹੜੀ ਕਹਾਣੀ ਹੈ, ਕਹਾਣੀ ਨਾ ਸੁਣਾਓ, ਅਸਲ ਜਿਹੜਾ ਮੁੱਦਾ ਹੈ ਨਾ ਉਹ ਬਿਆਨ ਕਰੋ, ਉਹਨੂੰ ਮਾਰਿਆ ਕਿਸ ਤਰ੍ਹਾਂ ਜੀ। ਉੱਥੇ ਥੋੜਾ ਬਹੁਤਾ ਇਹ ਮੰਨੇ ਨੇ, ਔਰ ਮੰਨਣ ਤੋਂ ਬਾਅਦ ਇਹ ਤੁਹਾਡੇ ਸਾਹਮਣੇ ਅੱਜ ਜੋ ਹੋਏਗਾ। ਸਾਡੇ ਕੋਲ ਤਾਂ ਹੁਣ ਕੁਛ ਨਹੀਂ, ਅਸੀਂ ਬੈਠੇ ਹਾਂ ਬਿਲਕੁਲ ਫਾਰਗ। ਪੁਲਿਸ ਸਾਡੇ ਨਾਲ ਤਾਵਨ ਨਹੀਂ ਕਰਦੀ ਪਈ, ਬਿਲਕੁਲ ਜ਼ਰਾ ਜਿਹਾ ਵੀ ਪੁਲਿਸ ਨੇ ਸਾਡੇ ਨਾਲ ਤਾਵਨ। ਤੁਸੀਂ ਕਹਿੰਦੇ ਹੋ ਕਿੰਨੇ ਮੁਲਜ਼ਮ ਸਨ? ਸਾਡੇ ਹਿਸਾਬ ਨਾਲ ਸ਼ਾਇਦ 1-2 ਹੋਰ ਹੋਣ। ਹਾਂਜੀ, ਉਹ ਤਾਂ 3 ਹੀ ਦੇ ਰਿਹਾ ਨਾ ਇਸ ਟਾਈਮ ਵੀ ਇਹਨੇ ਰੋੜ ਮਾਰਿਆ, ਇਹਨੇ ਇਹ ਕੀਤਾ। ਸਾਡੇ ਯਕੀਨ ਦੇ ਮੁਤਾਬਕ ਤਾਂ ਜੇ ਹੋਰ ਹੋਣੇ ਚਾਹੀਦੇ ਨੇ। ਡੈਡ ਬੋਡੀ ਕਿਸ ਹਾਲਤ ਵਿੱਚ ਮਿਲੀ? ਬਰਹਨਾ ਸੀ, ਕੱਪੜੇ ਵੀ ਨਹੀਂ ਸਨ? ਬਿਲਕੁਲ ਕੱਪੜੇ ਨਹੀਂ ਸੀ, ਔਰ ਇਸ ਜਗ੍ਹਾ ਤੇ ਕੋਈ ਰਾੜ ਵੱਜਾ ਸੀ, ਗਲ 'ਚ ਕੋਈ ਫੰਦਾ ਦਿੱਤਾ ਸੀ, ਇਸ ਤਰ੍ਹਾਂ ਦਾ ਕੋਈ ਸੀਨ ਸੀ। ਠੀਕ ਹੈ। ਕਸੂਰ ਪੁਲਿਸ ਨੇ ਤਕਸੀਮ ਕਰ ਦਿੱਤੀ ਲਾਵਾਰਸ ਕਰਕੇ। ਪੋਸਟਮਾਰਟਮ ਪੋਸਟਮਾਰਟਮ ਉਹਨਾਂ ਕਰਵਾਇਆ, ਉਹਦੇ ਵਿੱਚ ਆਇਆ ਕਿ ਸਿਰ ਤੇ ਰਾੜ ਵੱਜਾ ਤੇ ਗਾਲਾ ਦਬਾ ਕੇ ਦੀ ਮੌਤ ਹੋਈ। ਠੀਕ ਹੈ। ਤੇ ਡੈਡ ਬੋਡੀ ਤੇ ਹੁਣ ਜ਼ਾਹਿਰ ਹੈ ਉੱਥੇ ਹੋ ਗਿਆ। ਹਾਂਜੀ, ਖਤਮ ਹੋ ਗਈ ਉਹ। ਠੀਕ ਹੈ। ਕੀ ਚਾਹੁੰਦੇ ਹੋ? ਅਸੀਂ ਚਾਹੁੰਦੇ ਸਾਨੂੰ ਇਨਸਾਫ ਮਿਲੇ। ਜਿਨ੍ਹਾਂ ਨੇ ਸਾਡੇ ਨਾਲ ਜ਼ੁਲਮ ਜੋ ਕੀਤਾ, ਸਾਡਾ ਘਰ ਜਾੜਤਾ, ਸਾਡਾ ਕੀ ਕਸੂਰ ਸੀ? ਉਹ ਕੱਲੀ ਰਹਿ ਗਈ, ਕੀ ਉਹਦਾ ਕੀ ਰਹਿ ਗਿਆ? ਉਹਦੇ ਕੋਲ ਕੀ ਰਹਿ ਗਿਆ? ਉਹਦੇ ਕੋਲ ਦੱਸੋ ਨਾ ਹੁਣ। ਵੀ ਮੇਰੇ ਸੁਸਰ ਨੂੰ ਅਜੇ ਮੇਰੇ ਨੂੰ ਸਿਰਫ 4 ਮਹੀਨੇ ਹੋਏ ਨੇ, ਅਜੇ 4 ਤੋਂ 5 ਮਹੀਨੇ ਹੋਏ ਨੇ। ਹੁਣ ਅੱਗੋਂ ਸਾਡਾ ਭਾਈ ਚਲਾ ਗਿਆ, ਉਹਨਾਂ ਕੋਲ ਕੀ ਰਹਿ ਗਿਆ ਮੈਨੂੰ ਦੱਸੋ? ਨਾ ਉਹ ਅੱਗੇ ਦੇ ਨਾ ਪਿੱਛੇ ਦੇ, ਘਰ ਉਜੜ ਗਿਆ। ਤੇ ਜੇ ਸਾਡਾ ਘਰ, ਹਾਂਜੀ ਸ਼ਾਦੀशुदा ਸੀ, 2 ਬੱਚੇ ਉਹਦੇ ਫੌਤ ਹੋਏ ਸੀ। ਠੀਕ ਹੈ। ਤੇ ਜੇ ਸਾਡਾ ਘਰ ਉਜੜ ਗਿਆ ਤੇ ਉਹ ਕਿਉਂ ਖਾਲੀ ਬੈਠੇ ਨੇ? ਉਹ ਕਿਤੇ ਜਾਣ, ਉਹਨਾਂ ਨੂੰ ਫਾਂਸੀ ਲੱਗੇ। ਪੁਲਿਸ ਕੋਲੋਂ ਤਵੱਕੋ ਨਹੀਂ ਹੈ ਤੁਹਾਨੂੰ? ਮੈਨੂੰ ਤਾਂ ਕੋਈ ਤਵੱਕੋ ਨਹੀਂ ਹੈਗੀ। ਠੀਕ ਹੈ। ਅੱਗੋਂ ਤੁਸੀਂ ਆਪਣੇ ਹਿਸਾਬ ਨਾਲ ਕੋਈ ਪਤਾ ਕਰ ਲਓ ਤੇ ਸ਼ਾਇਦ ਸਾਡੇ ਵਾਸਤੇ ਸਾਨੂੰ ਕੋਈ ਤਵੱਕੋ ਨਹੀਂ ਹੈ। ਸਾਡੇ ਨਾਲ ਥੋੜਾ ਬਹੁਤਾ ਤਾਵਨ ਕੀਤਾ ਰਾਣੇ ਸ਼ਾਹਦ ਨੇ। ਜਿਹੜੀ ਗੱਲ ਆ, ਰਾਣਾ ਸ਼ਾਹ ਸਾਹਿਬ ਸਬ ਇੰਸਪੈਕਟਰ, ਉਹਨੇ ਸਾਡੇ ਨਾਲ ਤਾਵਨ ਕੀਤਾ। ਅੰਚਾਰੇ ਨੇ ਸਾਡੇ ਨਾਲ 1% ਵੀ ਤਾਵਨ ਨਹੀਂ ਕੀਤਾ। ਉਹ ਆਪਣੀ ਕਹਾਣੀਆਂ ਬਣਾ ਕੇ ਸੁਣਾਈ ਜਾਂਦਾ, ਸਾਡੀ ਸਮਝ ਨਹੀਂ ਹੈ। ਲਿਆਦਾ ਤੁਸੀਂ ਚੈੱਕ ਕਰੋ, ਇਹ ਤੁਸੀਂ ਦੇਖੋ ਕਿ ਕਿਆ ਤੁਹਾਨੂੰ ਲੱਗ ਰਿਹਾ ਕਿ ਪੁਲਿਸ ਤਾਵਨ ਕਰ ਰਹੀ ਹੈ। ਠੀਕ ਹੈ। ਇਹ ਭਾਈ ਨੂੰ ਦਿਓ। ਭਾਈ ਤੁਹਾਡਾ ਕੀ ਨਾਮ ਹੈ? ਮਾਈਕ ਕਰੀਬ। ਤਾਹਿਰ ਮਹਿਮੂਦ। ਤਾਹਿਰ ਭਾਈ ਦੀ ਕੀ ਦੁਸ਼ਮਣੀ ਸੀ ਮੁਲਜ਼ਮਾਂ ਨਾਲ? ਕੋਈ ਦੁਸ਼ਮਣੀ ਨਹੀਂ ਹੈ, ਇਕੱਠੇ ਇੱਥੇ ਆ ਕੇ ਖਾਂਦੇ ਪੀਂਦੇ ਰਹੇ ਨੇ ਇੱਕੋ ਜਗ੍ਹਾ ਦੇ ਵਿੱਚ। 10-11 ਸਾਲ ਤੋਂ ਇਹਨਾਂ ਦੀ ਦੋਸਤੀ। 10-11 ਸਾਲ ਤੋਂ ਦੋਸਤੀ? 10-11 ਸਾਲ ਤੋਂ ਦੋਸਤੀ। ਤੇ ਕਦੀ ਭਾਈ ਨੇ ਦੱਸਿਆ ਹੋਵੇ ਨਹੀਂ ਘਰ ਕਿਸੇ ਨਾਲ ਗੱਲ ਕੀਤੀ ਹੋਵੇ ਕਿ ਇਹਨਾਂ ਨਾਲ ਕੋਈ ਲੈਣ ਦੇਣ ਹੋਵੇ? ਨਹੀਂ, ਕੋਈ ਚੱਕਰ ਹੀ ਨਹੀਂ ਆਇਆ ਸਰ। ਭਾਈ ਕੀ ਕੰਮ ਕਰਦਾ ਸੀ? ਜੂਸ ਦੀ ਦੁਕਾਨ ਹੈ। ਜੂਸ ਦੀ ਦੁਕਾਨ ਸੀ, ਗੁਜ਼ਰ ਬਸਰ ਠੀਕ ਹੋ ਜਾਂਦਾ ਸੀ? ਬਹੁਤ। ਤੇ ਭਾਈ ਦੇ ਉੱਤੇ ਕੋਈ ਐਸਾ ਐਲੀਗੇਸ਼ਨ ਨਹੀਂ ਕਿ ਕਿਸੇ ਦਾ ਪੈਸਾ ਦੇਣਾ ਹੈ? ਨਹੀਂ, ਕੋਈ ਚੱਕਰ, ਕਿਸੇ ਦੇ ਨਾਲ ਕੋਈ ਦੁਸ਼ਮਣੀ ਹੈ, ਕਿਸੇ ਨਾਲ ਕੋਈ ਲੜਾਈ ਝਗੜਾ? ਅਸੀਂ ਆਂਦੇ ਜਾਂਦੇ ਸੀ ਨਾ, ਉਹਦੇ ਸਿਰਫ ਦੁਕਾਨ ਤੇ ਹੁੰਦੇ ਸੀ। ਸੌਦਾ ਵੀ ਅਸੀਂ ਉਹਨਾਂ ਨੂੰ ਆਪ ਹੀ ਲਿਆ ਕੇ ਦੇਈਦਾ ਸੀ। ਅੱਛਾ, ਉਹ ਸਿਰਫ ਦੁਕਾਨ ਤੇ ਹੁੰਦਾ ਸੀ? ਪਹਿਲੇ ਅੱਬੂ ਲਿਆ ਕੇ ਦਿੰਦੇ, ਫਿਰ ਉਸ ਤੋਂ ਬਾਅਦ ਅਸੀਂ ਲਿਆ ਕੇ ਦੇਣੇ ਸਾਂ। ਤੁਸੀਂ ਲਿਆ ਕੇ ਦਿੰਦੇ ਹੋ? ਇਹ ਤੁਹਾਡੇ ਬੇਨੋਈ ਨੇ? ਹਾਂਜੀ। ਤੁਸੀਂ ਮੁਕੱਦਮੇ ਦੇ ਮੁਦਈ ਹੋ? ਹਾਂਜੀ। ਤੁਸੀਂ ਵੀ ਮੁਤਮਿਨ ਨਹੀਂ ਹੋ? ਨਹੀਂ, ਅਸੀਂ ਵੀ ਮੁਤਮਿਨ ਨਹੀਂ ਆ। ਸਾਨੂੰ ਇਹਨਾਂ ਨੇ ਬਹੁਤ ਖਰਾਬ ਕੀਤਾ ਹੈ, ਪੁਲਿਸ ਨੇ? ਹਾਂਜੀ। 10-11 ਦਿਨ ਬਾਅਦ ਜਾ ਕੇ ਸਾਨੂੰ ਦੱਸਿਆ ਕਿ ਤੁਹਾਡਾ ਭਾਈ ਫੌਤ ਹੋ ਗਿਆ। ਉਹ ਵੀ ਜਦੋਂ ਉਹਨਾਂ ਨੇ ਕਸੂਰੋਂ ਪਤਾ ਲੱਗਾ ਨਾ ਥਾਣਿਆਂ ਚੋਂ, ਮੁਸਤਫਾਬਾਦ ਥਾਣੇ। ਤੇ ਪੁਲਿਸ ਅਗਰ ਬਰ ਵਕਤ ਕੁਝ ਕਰਦੀ ਤੇ ਤੁਹਾਨੂੰ ਕੀ ਲੱਗਦਾ ਕਿ ਭਾਈ ਬਚ ਸਕਦਾ ਸੀ?
ਕਿੰਨੇ ਦਿਨ ਬਾਅਦ ਇਹਨਾਂ ਨੇ ਮਾਰਿਆ ਉਹਨੂੰ? ਤਕਰੀਬਨ ਇੱਕ ਦਿਨ ਬਾਅਦ ਮਾਰ ਦਿੱਤਾ। ਇੱਕ ਦਿਨ ਬਾਅਦ ਮਾਰਤਾ। ਤੁਸੀਂ ਪਹਿਲੇ ਦਿਨ ਹੀ ਸ਼ੱਕ ਕੀਤਾ ਸੀ ਕਿ ਇਹਨਾਂ ਅਸੀਂ ਨੂੰ ਪਹਿਲੇ ਦਿਨ ਹੀ ਸ਼ੁਰੂ ਹੋ ਗਏ ਸੀ। ਤੇ ਇੱਥੋਂ ਦੌੜੇ ਵੀ ਨਹੀਂ ਸਨ, ਇੱਥੇ ਹੀ ਸਨ ਫਿਰ ਰਹੇ? ਇੱਥੇ ਲਗੇ ਫਿਰਦੇ ਰਹੇ ਨੇ। ਇੱਕ ਮੁੰਡਾ ਜਿਹੜਾ ਇੱਥੋਂ ਦਾ ਸੀ ਉਹ ਇੱਥੇ ਫਿਰਦਾ ਰਿਹਾ। ਤੁਹਾਡੇ ਨਾਲ ਲੱਭਦਾ ਰਿਹਾ ਭਾਈ ਨੂੰ? ਨਹੀਂ, ਸਾਨੂੰ ਸਿਰਫ ਪੁੱਛਦਾ ਸੀ ਕਿ ਆਇਆ ਨਹੀਂ ਹੈ, ਲੱਭਦਾ ਨਹੀਂ ਰਿਹਾ। ਸਾਨੂੰ ਸਿਰਫ ਪੁੱਛਦਾ ਸੀ ਹਜੇ ਆਇਆ ਨਹੀਂ ਹੈ, ਹਜੇ ਆਇਆ ਨਹੀਂ। ਹਾਲਾਂਕਿ ਤੈਨੂੰ ਸਾਰਾ ਪਤਾ ਹੈਗਾ ਸੀ ਕਿੱਥੇ ਹੈ, ਕੀ ਹਿਸਾਬ। ਠੀਕ ਹੈ। ਤੇ ਪੁਲਿਸ ਨੇ ਕਿਉਂ ਕੀਤਾ? ਕੀ ਵਜ੍ਹਾ ਹੋਏਗੀ ਪੁਲਿਸ ਦੀ ਲਾਪਰਵਾਹੀ? ਕਿਉਂ ਤੁਸੀਂ ਕਹਿ ਰਹੇ ਹੋ? 2-3 ਦਿਨ ਸਾਡੀ ਦਰਖਾਸਤ ਇੱਥੇ ਪਈ ਰਹੀ, ਮਾਰ ਕੀ ਨਹੀਂ ਹੋਈ ਚੌਕੀ ਦੇ ਵਿੱਚ? ਹਾਂਜੀ, ਉਹ ਉਹਨਾਂ ਨੇ ਕਿਹਾ ਸੀ ਤੁਸੀਂ ਥਾਣੇ ਜਾ ਕੇ ਪਤਾ ਕਰੋ। ਥਾਣੇ ਪਤਾ ਕਰੀ, ਉਹ ਕਹਿੰਦੇ ਜੀ ਚੌਂਕੀ ਜਾਓ, ਤੁਹਾਡੀ ਦਰਖਾਸਤ ਆਈ ਨਹੀਂ। 2 ਦਿਨ ਅਸੀਂ ਹਾਂਜੀ ਇਸੇ ਚੱਕਰਾਂ 'ਚ ਲੱਗੇ ਰਹੇ। ਉਸ ਤੋਂ ਬਾਅਦ ਜਾ ਕੇ ਸਾਡੀ ਦਰਖਾਸਤ ਮਾਰਕ ਹੋਈ ਹੈ। ਠੀਕ ਹੈ। ਉਸ ਤੋਂ ਬਾਅਦ ਜਦੋਂ ਅਸੀਂ ਗਏ ਥਾਣੇ ਤੇ 3-4 ਦਿਨ ਬਾਅਦ ਜਾ ਕੇ ਰੇਟ ਕੀਤੀ ਹੈ ਮੁੰਡੇ ਨੂੰ ਫੜਨ ਵਾਸਤੇ, ਲੇਕਿਨ ਉਹ ਮੁੰਡਾ ਘਰੋਂ ਭੱਜ ਗਿਆ। ਉਹਦੇ 2 ਭਾਈ ਲੈ ਕੇ ਆ ਗਏ ਸੀ, ਮੈਂ ਖੁਦ ਨਾਲ ਗਿਆ ਸੀ। ਅੱਛਾ। ਹਾਂਜੀ। ਤੇ ਹੁਣ ਕੀ ਚਾਹੁੰਦੇ ਹੋ, ਕੀ ਹੋਣਾ ਚਾਹੀਦਾ? ਹੁਣ ਇਨਸਾਫ ਮਿਲਣਾ ਚਾਹੀਦਾ। ਇਨਸਾਫ ਵਾਸਤੇ ਕਿਸੇ ਵੱਡੇ ਅਫਸਰ ਕੋਲ ਜਾਓ, ਕਿਸੇ ਐਸਐਸਪੀ ਕੋਲ, ਕਿਸੇ ਡੀਏਜੀ ਇਨਵੈਸਟੀਗੇਸ਼ਨ ਦੇ ਦਫ਼ਤਰ ਜਾਓ। ਗਏ ਹੋ ਕਿਸੇ ਕੋਲ? ਅਗਰ ਤੁਹਾਨੂੰ ਪੁਲਿਸ ਨੇ ਲੱਗਦਾ ਕਿ ਇਨਸਾਫ ਨਹੀਂ ਦੇਣਾ, ਸਾਡੀ ਏਡੀ ਵੱਡੀ ਸਿਫਾਰਿਸ਼ ਹੀ ਕੋਈ ਨਹੀਂ ਹੈ, ਕਿੱਥੇ ਜਾ ਤੇ ਨਹੀਂ ਉਹ ਤੇ ਓਪਨ ਹੁਣ ਹਰ ਚੀਜ਼ ਹੁੰਦੀ ਹੈ। ਤੁਸੀਂ ਖੁੱਲੀ ਕਚਹਿਰੀ ਉਹਨਾਂ ਦੀ ਲੱਗਦੀ ਹੈ, ਉੱਥੇ ਜਾ ਕੇ ਕੋਈ ਦਰਖਾਸਤ ਦਿੱਤੀ ਹੈ? ਨਹੀਂ ਹਜੇ ਤੱਕ ਨਹੀਂ। ਹਜੇ ਨਹੀਂ ਦਿੱਤੀ ਹੈ। ਇਸ ਤੋਂ ਇਲਾਵਾ ਹੋਰ ਕੁਝ ਕਹਿਣਾ ਚਾਹੁੰਦੇ ਹੋ? ਇਨਸਾਫ ਤੇ ਮਿਲਣਾ ਚਾਹੀਦਾ ਤੁਹਾਨੂੰ। ਜਵਾਨ ਭਾਈ ਤੁਹਾਡਾ ਚਲਾ ਗਿਆ, ਹੋਰ ਕੁਝ ਕਹਿਣਾ ਚਾਹੁੰਦੇ ਹੋ? ਹੋਰ ਇਹ ਹੀ ਕਿ ਮੇਰੀ ਵਾਲਦਾ ਉਹਨਾਂ ਦੇ ਨਾਲ ਹੁੰਦੇ ਸਨ ਨਾ, ਤੇ ਉਹਦੇ ਹੁਣ ਇਕੱਲੇ ਰਹਿ ਗਏ ਨੇ। ਸਾਨੂੰ ਬਸ ਇਨਸਾਫ ਮਿਲਣਾ ਚਾਹੀਦਾ। ਇਹਨਾਂ ਨੂੰ ਫਾਂਸੀ ਲਾਓ, ਭਾਵੇਂ ਗੋਲੀ ਮਾਰੋ, जो मर्जी हो, ਸਾਨੂੰ ਇਸ ਗੱਲ में कोई बात नहीं। ये मकतूल के बेनोई भी थे और ये भाई था जो मुकदमे का मुद्दई है। पुलिस की जानिब से इन्वेस्टिगेशन, पुलिस ने क्यों ताख़ीर की? सबसे पहले ऑपरेशन पुलिस जिसने चौकी में 2 से 3 दिन दरख्वास्त जो है वो रखी और FIR दर्ज नहीं की। अगर FIR दर्ज नहीं भी की थी तो जिन पे इनको शक था, जो दोस्तों पे शक था, उनको क्यों शामिल तफ्तीश पुलिस ने नहीं किया? शायद अगर पुलिस थोड़ी सी बरवक्त कार्रवाई करती तो भाई इनका बच सकता था, लेकिन पुलिस की सुस्त रवि, पुलिस की जो हमेशा की तरह से रवायती ताख़ीर करना होता है, उसी की वजह से इनका भाई अब इस दुनिया में नहीं रहा। इस ख़ानदान से जुड़े और लोग क्या कहते हैं ये भी हम आपको दिखाते हैं। मकतूल तनवीर की जो वालिदा हैं वो भी हमारे साथ हैं। दीगर करीबी ख़वातीन जो रिश्तेदार हैं उनके साथ भी हम बात करते हैं। जो इनके साथ जुल्म हुआ, जो जवान बेटा इनका ज़ालिमों ने कत्ल कर दिया, क्या कहना चाहती हैं उनके बारे में? ये एक माँ की ज़ुबानी जानते हैं। यकीनन जो दुख और जो तकलीफ़ इस माँ को है उसका ना तो कोई अदावा कर सकता है और ना ही कोई शायद उस दुख को समझ सकता है। ਕੀ ਹੋਇਆ ਬੇਟੇ ਤੁਹਾਡੇ ਨੂੰ ਕਿਉਂ ਇਸ ਤਰ੍ਹਾਂ ਜ਼ਾਲਮਾਂ ਨੇ ਮਾਰਤਾ? ਉਹ ਤੇ ਦੋਸਤ ਸਨ। ਪਤਾ ਨਹੀਂ ਉਹਨਾਂ ਨੇ ਧੋਖੇ ਨਾਲ ਬੁਲਾ ਲਿਆ ਬਾਹਰ ਜਾ ਕੇ, ਉਹਨਾਂ ਨੇ ਮਾਰ ਛੜਿਆ, ਮਾਰ ਕੇ ਤੇ ਨਹਿਰ 'ਚ ਸੁੱਟ ਦਿੱਤਾ। ਸਾਨੂੰ ਤਾਂ ਪਤਾ ਨਹੀਂ ਲੱਗਾ ਹੈ ਵੀ। ਜਦੋਂ 15 ਦਿਨਾਂ ਬਾਅਦ ਸਾਨੂੰ ਪਤਾ ਲੱਗਾ, ਸਾਨੂੰ ਲਾਸ਼ ਵੀ ਨਹੀਂ ਮਿਲੀ ਹੈਗੀ। ਉਹਨਾਂ ਲਾਹ ਬਸ ਕਰਕੇ ਦਫਨਾ ਛੱਡੀ। ਤੇ ਮਾਜੀ ਤਨਵੀਰ ਦੇ ਕਿੰਨੇ ਪੁਰਾਣੇ ਦੋਸਤ ਸਨ? ਇਹ ਪਹਿਲਾਂ ਜਿਹੜਾ ਇੱਕੋ ਹੀ ਪੁਰਾਣਾ ਦੋਸਤ ਆ, ਦੂਸਰੇ ਤਾਂ ਹੁਣ ਹੀ ਬਣੇ ਸੀ। ਅੱਛਾ, ਕਦੀ ਉਹਨੇ ਦੱਸਿਆ ਘਰ ਵਿੱਚ ਕਿ ਇਹਨਾਂ ਨਾਲ ਕੋਈ ਮਸਲਾ ਹੈ, ਕੋਈ ਲੜਾਈ, ਕੋਈ ਝਗੜਾ? ਕੋਈ ਕਦੀ ਲੜਾਈ ਝਗੜਾ ਨਹੀਂ ਦੱਸਿਆ। ਬੇਟਾ ਤੁਹਾਡਾ ਵੈਸੇ ਸ਼ਰੀਫ ਆਦਮੀ ਸੀ? ਹਾਂਜੀ, ਉਹ ਤਾਂ ਕਦੀ ਲੜਦਾ ਨਹੀਂ ਕਿਸੇ ਨਾਲ। ਕਿਸੇ ਨਾਲ ਨਹੀਂ ਲੜਦਾ ਸੀ? ਤੇ ਕਿਉਂ ਫਿਰ ਉਹਨਾਂ ਨੇ ਮਾਰਿਆ? ਕੋਈ ਵਜ੍ਹਾ ਨਹੀਂ ਸਾਹਮਣੇ ਆਈ? ਅੱਲਾ ਜਾਣਦਾ, ਹੁਣ ਵਜ੍ਹਾ ਤਾਂ ਕੋਈ ਸਾਹਮਣੇ ਨਹੀਂ ਆਈ। ਹੁਣ ਤਾਂ ਪਤਾ ਨਹੀਂ ਕੀ ਹੋਇਆ, ਕਾਹਤੋਂ ਮਾਰ ਦਿੱਤਾ ਜਾ ਕੇ ਬਾਹਰ ਖੜ ਕੇ। ਤੇ ਤੁਸੀਂ ਇਸ ਘਰ ਦੇ 'ਚ ਆਪਣੇ ਬੇਟੇ ਦੇ ਨਾਲ ਰਹਿੰਦੇ ਸੋ? ਹਾਂਜੀ, ਇਹ ਮੇਰਾ ਛੋਟਾ ਬੇਟਾ ਸੀ। ਮੀਆਂ ਮੇਰਾ ਤਾਂ ਪਹਿਲਾਂ ਹੀ ਫੌਤ ਹੋ ਗਿਆ। ਇਹ ਮੇਰਾ ਆਸਰਾ ਸੀ, ਇਹ ਵੀ ਇਹਨਾਂ ਨੇ ਮੇਰਾ ਗਵਾ ਦਿੱਤਾ। ਮੈਨੂੰ ਤਾਂ ਹੁਣ ਇਨਸਾਫ ਹੀ ਚਾਹੀਦਾ ਵੇ। ਇਹ ਜੋ ਮਰਜ਼ੀ ਹੋਏ, ਇਹਨਾਂ ਨੂੰ ਭਾਵੇਂ ਗੋਲੀ ਮਾਰੋ ਤੇ ਭਾਵੇਂ ਜੋ ਮਰਜ਼ੀ ਕਰੋ, ਮੈਨੂੰ ਇਨਸਾਫ ਹੀ ਚਾਹੀਦਾ। ਮੇਰਾ ਤਾਂ ਕੋਈ ਆਸਰਾ ਵੀ ਨਹੀਂ ਰਹਿ ਗਿਆ ਹੁਣ, ਜੇ ਆਸਰੇ ਰਵਾਂ ਮੈਂ। ਮੀਆਂ ਮੇਰਾ ਪਹਿਲਾਂ ਫੌਤ ਹੋ ਗਿਆ, ਇਹਦੇ ਨਾਲ ਮੈਂ ਰਹਿ ਨਹੀਂ ਸਕਦੀ, ਵੀ ਮੇਰਾ ਇਹਨਾਂ ਨੇ ਗਵਾ ਦਿੱਤਾ। ਮੀਆਂ ਕਿਦੋਂ ਫੌਤ ਹੋਇਆ ਤੁਹਾਡਾ? ਮੀਆਂ ਮੇਰਾ 8 ਮਹੀਨੇ ਹੋ ਗਏ ਉਹਦੇ ਫੌਤ ਹੋਏ ਨੂੰ। ਅੱਛਾ, 8 ਮਹੀਨੇ ਪਹਿਲੇ ਵਾਲਦ ਉਹਦਾ ਫੌਤ ਹੋਇਆ? ਹਾਂਜੀ। ਤੇ ਕੁਝ ਕਹਿਣਾ ਚਾਹੁੰਦੇ ਹੋ? ਮੈਂ ਤੇ ਇਹ ਕਹਿਣਾ ਚਾਹੁੰਦੀ ਹਾਂ, ਮੈਨੂੰ ਇਨਸਾਫ ਚਾਹੀਦਾ। ਜਿੱਥੇ ਮਰਜ਼ੀ ਜਾਓ। ਫੜੇ ਗਏ ਨੇ ਮੁਲਜ਼ਮ ਤੇ ਫੜੇ ਗਏ, ਹੁਣ ਕੁਝ ਕਰਦੇ ਤੇ ਇੰਨਾ ਪਿਆ ਵੀ। ਹੁਣ ਇਨਸਾਫ ਚਾਹੀਦਾ, ਭਾਵੇਂ ਇਹਨਾਂ ਨੂੰ ਗੋਲੀ ਮਾਰੋ, ਮੈਂ ਜਿੱਥੇ ਮਰਜ਼ੀ ਕਰੋ ਇਹਨਾਂ ਨੂੰ। ਅੱਛਾ ਦੱਸੋ, ਤਨਵੀਰ ਜਦੋਂ ਘਰੋਂ ਗਿਆ ਉਸ ਦਿਨ ਰੂਟੀਨ ਦੇ ਵਿੱਚ ਹੀ ਤਿਆਰ ਹੋ ਕੇ ਦੁਕਾਨ ਤੇ ਗਿਆ ਸੀ? ਹਾਂਜੀ, ਦੁਕਾਨ ਤੇ ਗਿਆ ਸੀ, ਉੱਥੇ ਬੈਠੇ ਸੀ।
ਉੱਥੇ ਹੀ ਫੋਨ ਆਇਆ, ਉਹ ਉੱਠ ਕੇ ਚਲਾ ਗਿਆ, ਮੁੜ ਕੇ ਭੌਂ ਕੇ ਘਰ ਹੀ ਨਹੀਂ ਆਇਆ ਵੀ। ਤੇ ਕਿੰਨੇ ਦਿਨ ਤੁਸੀਂ ਤਲਾਸ਼ ਕਰਦੇ ਰਹੇ ਹੋ? ਅਸੀਂ ਤਾਂ ਰਾਤ ਨੂੰ ਨਹੀਂ ਆਏ, ਸਵੇਰ ਤੋਂ ਫੋਨ ਕਰਨ ਲੱਗ ਪਏ, ਮੁੜ ਕੇ ਫੋਨ ਹੀ ਵੈਸੇ ਨਹੀਂ। ਕਦੀ ਰਹਿੰਦਾ ਸੀ ਘਰੋਂ ਬਾਹਰ? ਨਹੀਂ, ਅੱਗੇ ਕਦੀ ਨਹੀਂ ਰਹਿੰਦਾ ਬਾਹਰ। ਅੱਛਾ। ਸਵੇਰ ਅਸੀਂ ਫੋਨ ਕਰਨ ਲੱਗ ਪਏ, ਫੋਨ ਹੀ ਬੰਦ, ਮੁੜ ਕੇ ਫੋਨ ਹੀ ਨਹੀਂ ਹੋਇਆ। ਉਸ ਤੋਂ ਅਸੀਂ ਲੱਭਣ ਲੱਗ ਪਏ ਆ, ਅੱਛਾ। ਭੌਂ ਕੇ ਲੱਭਿਆ ਨਹੀਂ ਹੈ। 10-15 ਦਿਨਾਂ ਬਾਅਦ ਪਤਾ ਲੱਗਾ ਜਦੋਂ ਲਾਸ਼ ਉਹਨਾਂ ਨੂੰ ਬਾਹਰ ਹੀ ਦਫਨਾ ਛੱਡੀ ਲਾਵਾਸ ਕਰਕੇ, ਹਾਂ। ਫਿਰ ਸਾਨੂੰ ਪਤਾ ਲੱਗਾ। ਕਿੰਨੇ ਬੱਚੇ ਨੇ ਤੁਹਾਡੇ? 3 ਬੱਚੇ ਨੇ। ਇਹ ਤੁਹਾਡਾ ਸਭ ਤੋਂ ਲਾਡਲਾ ਸੀ? ਹਾਂਜੀ, ਇਹ ਸਭ ਤੋਂ ਲਾਡਲਾ ਛੋਟਾ ਮੇਰਾ ਬੇਟਾ ਸੀ। छोटा सी। दियो इन्हों। जी बहन, आप बताएं क्या कहना चाहती हैं? आपका देवर था? हाँ जी। देवर तो बेटों की तरह, बच्चों हाँ की जी, जो तरह? मेरी शादी हुई सी मेरी वड्डी बेटी तरह सी, तकरीबन 13-14 साल ਉਹਦੀ ਉਮਰ ਸੀ। ਤੇ ਇਹ ਜਿਹੜਾ ਹੈ ਸੀ ਇਹਦਾ ਦੋਸਤ, ਤੇ ਤਕਰੀਬਨ 9-10 ਸਾਲ ਤੋਂ ਇਹਦੇ ਨਾਲ ਰਹਿੰਦੇ, ਨਾ ਇਹਨਾਂ ਦਾ ਕੋਈ ਲੜਾਈ ਝਗੜਾ ਹੁੰਦਾ ਸੀ। ਸਾਨੂੰ ਘਰ ਇਹੋ ਹੀ ਪਤਾ ਸੀ ਕਿ ਇਹ ਦੋਸਤ ਆ। ਇਸ ਤਰ੍ਹਾਂ ਇੱਕ ਦਿਨ ਫਿਰ ਇਹਨਾਂ ਅਚਾਨਕ ਇਹਨੂੰ ਫੋਨ ਕੀਤਾ, ਫੋਨ ਕਰਕੇ ਉਹਨਾਂ ਨੇ ਇਹਨੂੰ ਬੁਲਾਇਆ ਬਾਹਰ। ਅਸੀਂ ਸਮਝਿਆ ਕਿ ਸ਼ਾਇਦ ਕਿਸੇ ਰਿਸ਼ਤੇਦਾਰ ਦੇ ਘਰ ਗਿਆ ਹੈ। ਰਾਤ ਸੀਗਾ, ਚਲੋ ਆਪਣੇ ਸਸੁਰਾਲ ਚਲੇਗਾ ਹੋਣਾ। ਸਵੇਰ ਫਿਰ ਜਾ ਕੇ ਸਾਨੂੰ ਪਤਾ ਲੱਗਾ ਕਿ ਤਨਵੀਰ ਨਹੀਂ ਆਇਆ, ਉਹਦਾ ਨੰਬਰ ਵੀ ਬੰਦ ਹੈ। ਫਿਰ ਨੰਬਰ ਦੀ ਲੋਕੇਸ਼ਨ ਕੱਢੀ, ਖਾਰੀਆ ਤੱਕ ਉਹਦੀ ਨੰਬਰ ਦੀ ਲੋਕੇਸ਼ਨ ਗਈ, ਉੱਥੇ ਜਾ ਕੇ ਬੰਦ ਹੋ ਗਈ ਹੈ। ਤੇ 2-3 ਦਿਨ ਚੌਂਕੀਏ ਜਾਂਦੇ ਰਹੇ, ਉਹਨਾਂ ਨੇ ਕੋਈ ਨਹੀਂ ਗੱਲ ਸੁਣੀ, ਕਿਉਂਕਿ ਮਾੜੇ ਬੰਦੇ ਦੀ ਕੋਈ ਨਹੀਂ ਸੁਣਦਾ। ਅੱਜ ਕੱਲ੍ਹ ਪੁਲਿਸ ਵੀ ਤਗੜੇ ਬੰਦੇ ਦੀ, ਜਿੱਧਰੋਂ ਪੈਸੇ ਖਾਣੇ ਹੁੰਦੇ ਉਹਨਾਂ ਨੇ। ਤੇ ਮੁੜ ਕੇ ਉਸ ਤੋਂ ਬਾਅਦ ਇਹ ਸਦਰ ਚਲੇ ਗਏ ਆ। 2-3 ਦਿਨਾਂ ਬਾਅਦ ਉਹਨਾਂ ਨੇ ਦਰਖਾਸਤ ਮਾਰੇ ਕੋਈ, ਫਿਰ ਉੱਥੇ ਭੇਜਿਆ। 2-4 ਦਿਨ ਉਹਨਾਂ ਨੇ ਲਾਤੇ। ਇਹ ਸਵੇਰ ਨੂੰ ਵੀ ਸ਼ਾਮ ਨੂੰ ਵੀ ਇੱਧਰੋਂ ਆਉਂਦੇ ਸੀ, ਇੱਧਰੋਂ ਫੋਨ ਕਰਕੇ ਇਹਨਾਂ ਨੂੰ ਸੱਦ ਲੈਂਦੇ ਸੀ। ਚਲੋ 2 ਘੰਟੇ ਉੱਧਰ ਜਾਇਆ ਕਰਾ ਕੇ ਘਰ ਭੇਜ ਦਿੰਦੇ ਸੀ। ਕੋਈ 10-12 ਦਿਨ ਲੰਘ ਗਏ। ਉਸ ਤੋਂ ਬਾਅਦ ਫਿਰ ਕੀ ਹੈ ਜੀ, ਤੁਹਾਡੇ ਬੇਟੇ ਦੀ ਲਾਸ਼ ਮਿਲ ਗਈ ਹੈ। ਤੇ ਉਹ ਵੀ ਤਸਵੀਰਾਂ ਆਈਆਂ ਥਾਣਿਆਂ ਦੇ ਜ਼ਰੀਏ। ਮੁੜ ਕੇ ਕੋਈ 2-4 ਦਿਨ ਇੰਜ ਕੱਢਦੇ, ਲਾਸ਼ ਨਹੀਂ ਲੈ ਗਏ। ਇਸ ਤੇ ਇਲਾਦਾ ਇਹ ਕਹਿੰਦੇ ਕਿ ਸਾਨੂੰ ਇਨਸਾਫ ਮਿਲੇ। ਉਹ ਵੇਖੋ ਕਿ ਉਹਦੀ ਹਾਲਤ ਵਿਚਾਰੀ ਦੀ, ਨਾ ਉਹਦਾ ਕੋਈ ਸਹਾਰਾ ਆ। ਸਾਡੀ ਤਾਂ ਕੋਸ਼ਿਸ਼ ਇਹ ਹੈ ਕਿ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿਓ, ਫਾਂਸੀ ਦਿਓ, ਨਹੀਂ ਤਾਂ ਪੁਲਿਸ ਮੁਕਾਬਲੇ ਵਿੱਚ ਤਿੰਨੇ ਹੀ ਮਾਰੇ ਜਾਣ। ਮਰੀਮ ਨਵਾਜ਼ ਨੂੰ ਕਹੋ ਕਿ ਸਾਡਾ ਸਾਥ ਦੇਵੇ। ਅਸੀਂ ਤਾਂ ਗਰੀਬ ਬੰਦੇ ਹਾਂ, ਨਾ ਸਾਡੇ ਕੋਲ ਪੈਸਾ ਹੈ, ਨਾ ਅਸੀਂ ਲਾ ਸਕਦੇ ਹਾਂ। ਤੇ ਸਾਡੀ ਇਹੋ ਹੀ ਅਪੀਲ ਹੈ ਤੁਹਾਡੇ ਕਿ ਤੁਸੀਂ ਵੀ ਸਾਡਾ ਸਾਥ ਦੇਵੋ ਤੇ ਉਹ ਵੀ ਸਾਡਾ ਸਾਥ ਦੇਣ, ਤੇ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦੇਵੋ। ਠੀਕ ਹੈ। ਅੱਛਾ, ਇਹ ਦੱਸੋ ਕਿ ਤੁਹਾਡਾ ਦੇਵਰ ਸੀ ਔਰ ਤੁਸੀਂ ਕਿਹਾ ਕਿ ਉਹ ਛੋਟਾ ਜਿਹਾ ਸੀ ਉਦੋਂ? ਹਾਂਜੀ, ਜਦੋਂ ਮੇਰੀ ਸ਼ਾਦੀ ਹੋਈ ਸੀ ਤਕਰੀਬਨ 13-14 ਸਾਲ ਦਾ ਸੀ ਉਹ। ਤੇ ਇਹ ਦੱਸੋ ਕਿ ਉਹ ਕਿਸੇ ਨਾਲ ਲੜਾਈ ਝਗੜਾ ਕਰਨ ਨਹੀਂ, ਉਹ ਵਾਲਾ? ਨਹੀਂ ਸੀ ਕਿਸੇ ਨਾਲ ਵੀ ਕਰਦਾ। ਅੱਛਾ, ਕੋਈ ਲੜਾਈ ਝਗੜਾ ਨਹੀਂ ਸੀ? ਨਹੀਂ। ਫਿਰ ਕੀ ਵਜ੍ਹਾ ਹੋ ਸਕਦੀ ਹੈ ਕਿ ਕਿਉਂ ਇਹਨਾਂ ਨੇ ਮਾਰਿਆ? ਕੋਈ ਇੰਨਾ ਉਹਦੇ ਕੋਲ ਪੈਸਾ ਵੀ ਨਹੀਂ ਸੀ, ਆਮ ਮਜ਼ਦੂਰੀ ਇਹ ਪੁਲਿਸ ਸਾਥ ਦਵੇ, ਮੁਜਰਮ ਫੜੇ, ਉਹਨਾਂ ਨੂੰ ਮਾਰਨ ਤੇ ਫੇਰ ਹੀ ਉਹ ਦੱਸਣਗੇ ਨਾ। ਸਾਨੂੰ ਘਰ ਬੈਠਿਆਂ ਨੂੰ ਕੀ ਪਤਾ ਚੱਲਣਾ ਕਿ ਉਹਨਾਂ ਨੇ ਕੀ ਦੱਸਿਆ? ਤੁਹਾਨੂੰ ਕੁਝ ਨਹੀਂ ਦੱਸਿਆ ਪੁਲਿਸ ਨੇ? ਨਹੀਂ, ਪੁਲਿਸ ਨੇ ਦੱਸਦੀ ਕੁਛ ਨਹੀਂ ਗੀ। ਠੀਕ ਹੋ ਗਿਆ। ਇਹ ਦਿਓ, ਤੁਸੀਂ ਫੁੱਫੋ ਜੀ ਕੇ ਖਾਲਾ ਹੋ ਤਨਵੀਰ ਦੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਅਸੀਂ ਇਹ ਕਹਿਣਾ ਚਾਹੁੰਦੇ ਸਾਡੀ ਭੈਣ ਨੂੰ ਇਨਸਾਫ ਚਾਹੀਦਾ। ਜੋ ਜ਼ੁਲਮ ਸਾਡੀ ਭੈਣ ਤੇ ਉਹਨਾਂ ਦੀ ਮਾਵਾਂ ਤੇ ਵੀ ਇੰਝ ਹੋਣਾ ਚਾਹੀਦਾ। ਜਿਸ ਤਰ੍ਹਾਂ ਦੁੱਖ ਸਹਿ ਰਹੀ ਉਹਨਾਂ ਦੀ ਮਾਵਾਂ ਨੂੰ ਸਹਿਣ। ਇਸ ਤਰ੍ਹਾਂ ਸਾਡੀ ਭੈਣ ਰਾਤ ਦਿਨ ਨਹੀਂ ਸੌਂਦੀ, ਬਿਲਕੁਲ ਬੇਆਸਰਾ ਹੈ। ਅਸੀਂ ਤੇ ਕੋਈ ਬਰਦਾਸ਼ਤ ਨਹੀਂ ਕਰ ਸਕਦੇ ਸੀ। ਸਾਡਾ ਬੱਚਾ ਬੇਕਸੂਰ ਸੀ, ਜਿਹਨੇ ਧੋਖਾ ਬੁਲਾ ਕੇ ਮਾਰਿਆ। ਤੇ ਮਾਰਨ ਦੀ ਵਜ੍ਹਾ ਕੀ? ਵਜ੍ਹਾ ਨਹੀਂ ਨਾ ਸਾਨੂੰ ਆਪ ਖੁਦ ਪਤਾ ਚੱਲਦਾ। ਕੁਛ ਨਹੀਂ ਪਤਾ ਚੱਲ ਰਿਹਾ? ਪਹਿਲੇ ਕਦੀ ਕਿਸੇ ਨਾਲ ਝਗੜਾ ਹੋਇਆ? ਨਹੀਂ, ਕਦੀ ਵੀ ਉਹਨਾਂ ਸਾਰੇ ਭੈਣ ਭਰਾ ਇਸੇ ਨੇ ਕਿ ਲੜਾਈਆਂ ਕਰਨ ਵਾਲੇ ਹੋਣ, ਲੜਾਈ ਕਰਨ ਜਾਂ ਝਗੜਾ ਕਿਸੇ ਨਾਲ ਕਰਨਾ ਹੀ। ਬਿਲਕੁਲ ਬਹੁਤ ਸ਼ਰੀਫ ਸੀ, ਉਹਨਾਂ ਨੂੰ ਤਾਂ ਪਤਾ ਹੀ ਨਹੀਂ ਸੀ ਲੜਾਈ ਕਰਨਾ ਕਿਸ ਤਰ੍ਹਾਂ। ਤਾਂ ਅਸੀਂ ਇਹੋ ਚਾਹੁੰਦੇ ਕਿ ਸਾਨੂੰ ਇਨਸਾਫ ਚਾਹੀਦਾ। ਮੇਰੀ ਭੈਣ ਤੇ ਦੁੱਖ ਦਾ ਪਹਾੜ ਡਿੱਗਾ, ਉਹਨਾਂ ਤੇ ਵੀ ਡਿੱਗਣ, ਉਹਨਾਂ ਦੇ ਜ਼ੁਲਮ ਜੋ ਪਤਾ ਚੱਲੇ, ਉਹਨਾਂ ਕਿਸੇ ਨੂੰ ਤਕਲੀਫ ਕਿਸੇ ਨੂੰ ਦੇ ਦਿੱਤੀ। ਸਾਡਾ ਬਸ ਇਹੀ ਫੈਸਲਾ। ਠੀਕ ਹੈ। ਫੁੱਫੋ ਤੁਸੀਂ? ਹਾਂਜੀ। ਤੁਹਾਡਾ ਤੇ ਭਾਈ ਥੋੜੇ ਦਿਨ ਪਹਿਲੇ ਫੌਤ ਹੋ ਗਿਆ। ਹਾਂਜੀ। ਤੇ ਉਹਦਾ ਬੇਟਾ ਵੀ ਚਲਾ ਗਿਆ। ਹਾਂਜੀ। ਕੀ ਕਹਿਣਾ ਚਾਹੁੰਦੇ ਹੋ? ਮੈਂ ਇਹੋ ਗੱਲ ਜੋ ਉਹਨਾਂ ਨੇ ਕਿਹਾ, ਇਨਸਾਫ ਸਾਨੂੰ ਚਾਹੀਦਾ। ਉਹਨੂੰ ਪੁਲਿਸ ਮੁਕਾਬਲੇ 'ਚ ਮਾਰ ਦੇਣਾ ਚਾਹੀਦਾ, ਕਿਉਂਕਿ ਮੇਰੀ ਭਰਜਾਈ ਹੈ, ਉਹ ਅੱਗੇ ਵੀ ਪਹਿਲਾਂ ਵੀ ਦੁਖੀ ਤੇ ਮਗਰ ਪੁੱਤਰ ਦੇ ਨਾਲ ਦੁਖੀ ਹੋ ਗਈ। ਅਸੀਂ ਇਹੋ ਚਾਹੁੰਦੇ ਹਾਂ, ਹੋਰ ਸਾਨੂੰ ਬਹੁਤੀਆਂ ਗੱਲਾਂ ਨਾ ਆਉਂਦੀਆਂ, ਨਾ ਹੀ ਕਰਨੀਆਂ। ਸਾਨੂੰ ਇੱਕੋ ਗੱਲ ਆਉਂਦੀ ਹੈ ਕਿ ਇਹਨਾਂ ਨੂੰ ਪੁਲਿਸ ਮੁਕਾਬਲੇ 'ਚ ਮਾਰ ਦੇਣਾ ਚਾਹੀਦਾ। ਕੀ ਵਜ੍ਹਾ ਹੈ ਕਿ ਤੁਹਾਨੂੰ ਕਿਉਂ ਲੱਗਦਾ ਕਿ ਇਨਸਾਫ ਨਹੀਂ ਮਿਲੇਗਾ ਮਾਂ ਜੀ? ਹੁਣ ਅਜੇ ਤੱਕ ਤਾਂ ਕੁਛ ਨਹੀਂ ਸਾਨੂੰ ਪਤਾ ਲੱਗਾ, ਤੇ ਹੋਰ ਅੱਗੇ ਕੀ ਇਹਨਾਂ ਦੱਸਣਾ ਤੇ ਕੀ ਇਨਸਾਫ ਇਹਨਾਂ ਦੇਣਾ ਸਾਨੂੰ? ਅਜੇ ਤੱਕ 20-25 ਦਿਨ ਤੇ ਹੋ ਚੱਲੇ ਨੇ, ਤੇ ਅਜੇ ਤੱਕ ਤਾਂ ਕੁਛ ਨਹੀਂ ਇਹਨਾਂ ਦੱਸਿਆ ਪੁੱਛਿਆ ਸਾਨੂੰ, ਤੇ ਅੱਗੇ ਕੀ ਦੇਣਗੇ ਸਾਨੂੰ? ठीक है। ये माँ और पुप्पो, खाला और भाभी थी जिन्होंने तनवीर के हवाले से बताया कि ना तो वो किसी के साथ झगड़ा करता था, ना उसका कोई किसी के साथ दुश्मनी थी, जुल्म किया उसके साथ। और आजकल जो जिस तरह से पुलिस इंसाफ दे रही है, ये भी उसी इंसाफ के मुंतज़र हैं, लेकिन यकीनन मुल्ज़मान पकड़े गए हैं और उनको अदालत के ज़रिए
करारवा की सज़ा मिलेगी भी और मिलनी भी चाहिए। और दीगर ख़ानदान के लोग यहाँ पर मौजूद हैं, हम उनसे भी बात करते हैं वो क्या कहते हैं। चौकी गुलदश्त कॉलोनी में एक दोगैज कॉलोनी है जहाँ पे तनवीर पला बड़ा और मोहल्ले की ख़वातीन वो भी इस वक्त उसके हवाले से बात करना चाहती हैं। क्या कहती हैं तनवीर किस तरह का था, इनके सामने जवान हुआ, कोई झगड़ालू था, और जो कुछ उसके साथ हुआ इनको क्या इन्फॉर्मेशन है, इन तक क्या इतलात हैं, ये हम इनकी ज़ुबानी जानते हैं। बताइएगा क्या तनवीर किस तरह ਦਾ ਸੀ ਲੜਕਾ ਤੁਹਾਡੇ? तनवीर बहुत अच्छा लड़का से, बहुत अच्छा सी, साढ़े सामने जवान आया, बहुत अच्छा से, बस ये दोस्ती ने मार दिता पड़ के। पता नहीं की वजह की नहीं सी वजह, इतनी अच्छी दोस्ती से इन्हों दी। लेकिन तनवीर ਤੁਸੀਂ ਕਿਹਾ ਜਵਾਨ ਹੋਇਆ ਤੇ ਕਿਸੇ ਨਾਲ कोई लड़ाई कोई झगड़ा नहीं फिर ਉਹਨੂੰ ਕਤਲ ਕਿਉਂ ਕੀਤਾ? कोई लड़ाई कोई झगड़ा नहीं, बहुत जुल्म किया, बहुत जुल्म किया तनवीर तो होता है। अच्छा हाँ बहुत जुल्म किया, क्यों किया, वजह की सी ऐ नहीं पता, बस दोस्ती से, दोस्ती ने मारता पड़ के। दोस्ती दुश्मन हाँ बन गए। दोस्ती दुश्मन बन गए। ठीक है हाँ। ਇਹ ਦਿਓ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਾਜੀ? ਮੇਰਾ ਦੋਤਰਾ ਸੀ, ਮੈਂ ਮਾਮੀ ਲੱਗਦੀ ਹਾਂ। ਤੁਸੀਂ ਮਾਮੀ ਲੱਗਦੇ? ਹਾਂਜੀ ਤਨਵੀਰ ਦੀ ਹਾਂਜੀ, ਤੁਸੀਂ ਮਾਮੀ? ਮਾਮੀ ਅੱਛਾ ਲੱਗਦੀ। ਦੱਸੋ ਕੀ ਕਹਿਣਾ ਚਾਹੁੰਦੇ ਹੋ? ਮੈਂ ਕਹਿਣਾ ਚਾਹੁੰਦੀ ਬਹੁਤ ਸ਼ਰੀਫ ਬੱਚਾ ਸੀ, ਉਹ ਨਾਲ ਲੜਾਈ ਵਾਲੇ ਝਗੜਿਆ ਵਾਲੇ ਪਾਸੇ ਆਉਂਦੇ ਹੀ ਨਹੀਂ ਸੀ, ਆਪਣੇ ਕੰਮ ਨਾਲ ਕੰਮ ਰੱਖਦੇ ਸੀ, ਦੁਕਾਨ ਤੇ ਜਾਂਦੇ ਸੀ, ਘਰ ਆਉਂਦੇ ਸੀ। ਇੱਕੋ ਹੀ ਦੋਸਤ ਸੀ ਉਹਦਾ, ਹਾਂ ਪੱਕੇ ਦੋਸਤ ਸੀ, ਖਾਂਦੇ ਪੀਂਦੇ ਇਕੱਠਾ ਸੀ, ਬਹਿੰਦੇ ਖਲੋਂਦੇ ਸੀ। ਪਤਾ ਨਹੀਂ ਕੀ ਮਸਲਾ ਬਣਿਆ, ਫੋਨ ਕੀਤਾ, ਸੱਦਿਆ, ਤੇ ਅੱਗੋਂ ਪਤਾ ਨਹੀਂ ਕਿਉਂ ਉਹਨਾਂ ਨੇ ਇਸ ਤਰ੍ਹਾਂ ਕੀਤਾ। ਅੱਛਾ ਇਹਨਾਂ ਨੂੰ ਦਿਓ ਫੋਨ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? अस्सलाम वालेकुम। हाँ जी भैया, ਅਸੀਂ भी ਇੱਥੇ ਨਾ साथ ही रहने हैं। ਤੁਸੀਂ ਹਮਸਾਏ ਹੋ? हाँ जी साथ ही रहते हैं, लेकिन हम आज तक देखा उसको कभी किसी के साथ नहीं उसने की बदतमीजी। अच्छा बहुत शरीफ था माशाल्लाह वो। जो मारने वाला था वो भी इधर ही रहता था? नहीं उसका नहीं पता मुझे, अच्छा क्योंकि मेरे पाँव का मसला थोड़ा सा, मैं घर में ही रहती हूँ अच्छा जी ज़्यादा, ठीक है। तो आते जाते देखा था, कभी उसने किसी के साथ बदतमीजी नहीं की थी। ठीक है। मसला कभी सारे उसने, शरीफ लोग हैं, तनवीर के भाई भी? हाँ जी उनके भाई भाभीियों ने कभी किसी कुछ नहीं किया उनके साथ। उनकी वालदा बेचारी वो अकेली रह गई, पहले बाप फौत हो गया, अब उनकी माँ वालदा बेचारी अकेली रह गई हैं। वो काफ़ी दिन इंतज़ार करते हैं, हम लोग भी आते रहे कि भाई मिला है, भाई मिला है, कह रहे थे कि नहीं मिला अभी नहीं, दुआ करें दुआ करें। भाई यही दुआ करते कि अल्लाह पाक चलो उनका कहीं गुम हो गया या किसी ने बढ़ेगा तो अल्लाह पाक उनको तरस खा दे, उनका बेटा उनके घर आ जाए। बिल्कुल सही है। तो बस यही है कि उनको इंसाफ मिल जाए। वो जो बूढ़ी माँ है बेचारी, वो कहाँ जाएगी? तो पहले उनके मियाँ नहीं थे, अब ये बेटे के साथ रहती थी, अब अल्लाह पाक ने वो भी सारा छीन लिया है। बस उनको सज़ा दे और उनका सारा जो है वो अल्लाह पाक ने छीन लिया है, उनको अल्लाह पाक सब्र दे अब। आमीन। और जो उनके दुश्मन थे वो फिलहाल नहीं जानती हैं, मैं क्यों किसी पे कहूँ। ठीक है, जाहिर है उसके हाँ साथ जी। हुआ तो जुल्म है। ये माइक इनको दीजिएगा। आप क्या कहना चाहती, की कहना चाहते हो ਤੁਸੀਂ? ਮੈਂ ਉਹਨਾਂ ਦੀ ਆਂਟੀ ਬੋਲ ਰਹੀ ਹਾਂ। ਮੈਂ ਇਹ ਚਾਹਾਂਗੀ ਕਿ ਇਨਸਾਫ ਮਿਲਣਾ ਚਾਹੀਦਾ ਹੈ। ਸਭ ਤੋਂ ਪਹਿਲੇ ਮੇਰੀ ਮਰੀਮ ਨਵਾਜ਼ ਨਾਲ ਅਪੀਲ ਹੈ ਕਿ ਮੇਰੇ ਆਪ ਹੀ ਨੂੰ ਇਨਸਾਫ ਮਿਲੇ। ਉਹਦਾ ਜਵਾਨ ਬੇਟਾ ਚਲਾ ਗਿਆ, ਉਹਦਾ ਇਨਸਾਫ ਮਿਲਣਾ ਚਾਹੀਦਾ। ਠੀਕ ਹੈ, ਉਹਨਾਂ ਨਾਲ ਕਿਸੇ ਦੀ ਜ਼ਾਤੀ ਕਿਸੇ ਕਿਸਮ ਦੀ ਲੜਾਈ ਨਹੀਂ ਝਗੜਾ ਨਹੀਂ ਸੀ, ਲੇਕਿਨ ਜਿਸ ਬੱਚੇ ਨੇ ਇਹ ਕੰਮ ਕੀਤਾ ਹੈ ਉਹਨੂੰ ਵੀ ਪਤਾ ਚੱਲੇ ਕਿ ਮੈਂ ਇਹ ਇੰਨਾ ਵੱਡਾ ਕਦਮ ਚੁੱਕਿਆ ਤੇ ਇਹ ਸਜ਼ਾ ਕੀ ਹੋਣੀ ਚਾਹੀਦੀ ਹੈ। ਤੁਸੀਂ ਇਹ ਅਲਾਓ ਕੀਤਾ ਹੈ ਕਿ ਹਰ ਚੀਜ਼ ਦਾ ਇਨਸਾਫ ਹੋਏਗਾ। ਕਤਲ ਦਾ ਤੇ ਕਤਲ ਇਨਸਾਫ ਹੈ, ਡਾਇਰੈਕਟ ਗੋਲੀ ਮਾਰੋ, ਇਹ ਉਹ ਜੋ ਵੀ ਇਹਨਾਂ ਨੇ ਕਾਨੂੰਨ ਕੱਢਿਆ ਹੈ। ਇਸ ਹਵਾਲੇ ਨਾਲ ਮੈਂ ਇਹ ਕਹਾਂਗੀ ਸਭ ਤੋਂ ਪਹਿਲੇ ਸਾਨੂੰ ਇਨਸਾਫ ਚਾਹੀਦਾ ਕਿ ਇਸ ਹੁਣ ਸਾਡੀ ਆਪੀ ਦਾ ਕੀ ਹੋਣਾ ਚਾਹੀਦਾ। ਉਹਨਾਂ ਤੁਸੀਂ ਸ਼ੋਹਰ ਕੀ ਨਹੀਂ ਚਾਹੁੰਦੇ ਹੋ, ਹੈ। ਕੀ ਹੋਣਾ ਚਾਹੀਦਾ? ਮੈਂ ਇਹ ਚਾਹੁੰਦੀ ਕਿ ਸਾਨੂੰ ਇਨਸਾਫ ਮਿਲੇ, ਉਹਨਾਂ ਨੂੰ ਪਤਾ ਚੱਲੇ ਕਿ ਕਿਸ ਨੇ ਕਿਸ ਤਰ੍ਹਾਂ ਜ਼ਾਤੀ ਕਰੀ ਦੀ, ਕਿਸ ਤਰ੍ਹਾਂ ਇਹਨਾਂ ਨੂੰ ਜਾਨੋਂ ਲੈ ਗਿਆ। ਉਹ ਅਸੀਂ ਸਾਡੇ ਕੋਲ ਬਿਆਨ ਨਹੀਂ ਕੀਤਾ ਜਾ ਰਿਹਾ ਕਿ ਅਸੀਂ ਕਿਸ ਤਰ੍ਹਾਂ ਬਿਆਨ ਕਰੀਏ ਇਸ ਚੀਜ਼ ਦਾ। ठीक है ना? बिल्कुल ठीक है जी। ये ख़वातीन थी, मोहल्लेदार भी थी, रिश्तेदार भी हैं, और क्या कहना चाहती थी। ज़ाहिर है जो दुख जो तकलीफ़ इस ख़ानदान के लिए है, हर कोई उस पर अफसोस करता है, हर आँख जो है इस मोहल्ले की वो नम है। और इंसाफ के लिए वज़ीर आला पंजाब मरीम नवाज़ जो हैं उनके पास उनके सामने अपील रखते हैं कि इनको इंसाफ मिले। जिन ज़ालिमों ने ये जुल्म ढाया, एक माँ, बूढ़ी माँ का सहारा वो छीन लिया, भाइयों का भाई चला गया, और जो कुछ भी उसके साथ हुआ उसकी
पुलिस की तरफ से जो इन्वेस्टिगेशन हुई है उसमें भी अभी कोई चीज़ वाज़ेह नहीं है। इस प्रोग्राम में हम आगे चल के पुलिस का मौक़िफ़ भी आपको दिखाते हैं कि आखिर तनवीर को कत्ल करने वाले उसके दोस्त क्या वजह थी कि उसको साथ ले गए, पहले उसको अगवा करके ले गए या उसको किसी बहाने के साथ ले गए और कत्ल किया। मकतूल तनवीर के मामू जुल्फ़कार वो अब हमारे साथ हैं। इनका क्या कहना है इस पूरे केस में, तफ्तीश में? ये साथ रहे क्योंकि मरने वाला इनका भांजा था। क्या हालात देखे इन्होंने, कैसे वाक़या हुआ, ये एक मरतबा इनकी ज़ुबानी भी जानते हैं। जुल्फ़कार साहब दसो कि जिन्होंने कत्ल किया वो सारे दोस्त सन, किस तरह कहानी शुरू होती है, होया की? सर सारे दोस्त ही इकट्ठे खाते पींदे सी काफ़ी अर्से तो, दो तो बाद होए ने, एक वो 10-11 साल का दोस्त सी। ठीक है। तो दुकान पर खाना खा रहे हैं दोवें भाई भी, नाले का मुलाजम सी, वो भी उत्थे उन्होंने फोन किया, बुलाया, नाल लै गए ने। तो रात तो आए ही नहीं। सुबह मुलाजम ने घर आके पूछा कि तनवीर नहीं आया हाल तक, उन्होंने कहा घर भी नहीं आया। तो फिर असीं लभना शुरू किया, असीं वो CDR भी कराइया, तो वो लोकेशन जाके देखा रे पुल ते बंद होंदी सी। ठीक है। असीं पुलिस ते चौकी गुलदस्ता हुण असीं दरखास्त दी है, वो साडी दरखास्त 2-3 दिन इत्थे ही पई रही। असीं बार-बार जाते रहे, अज पहुँच जाएगी जी, हुणे पहुँच जाएगी जी, घड़ी पहुँच जाएगी। ठीक है। वो 3 दिन बाद इन्हां जाके जनाब पर्चा होया वा 365 का। तो फिर असीं इन्हां नूं दस्सिया कि फलाना बंदा है, उन्होंने तुसीं ट्रेस करो तो मुझे लभ जाएगा, सानूं उत्ते शक है। 1-2 दिन कहण दे बाद इन्होंने साढ़े कहण ते फिर रेड की है, तो वो 2 भाई चुके ने। तो 2 भाई चुकन तो बाद फिर जनाब ना उन्हें टैरम करवा लीए। तो यह जो इंचार्ज साहब मेरे जहन के मुताबिक तो इन्हें उन्होंने को पैसे खाते हैं, क्योंकि जो मुजरम है वो अपने ही जो वारस ने ना, उन्होंने 6-7 पुलिस से है, कोई CCD जगह कहते है वा मुलजम दे जी, मुलजम जी रिश्तेदार ने, और उन्होंने ही मिल मिला के पेश करवाया इनू। अच्छा। तो साहब ने सानू बस ना इतने कोई बयान है, उत्थे कोई बयान है। SP कैंट सर्वर रोड से गए हैं, SP कैंट इन्वेस्टिगेशन जी बिल्कुल मैडम बुशरा को गए अस इतने, तो उत्थे भी इन्हें जी वो गोलमोल जो बयान दिता है, लेकिन मेहरबानी उस मैडम की, उन्हें इनू झाड़िया कि तू की तफ्तीश की है। ऐसे तो मैं ही मुतमिन नहीं कि मैं ही मुतमिन किस तरह करा। बिल्कुल ठीक है। कला मुजरम नहीं है, मुजरम हो नाल है, तुसी तफ्तीश दोबारा करके लियाओ। उस तो बाद SSP दे गए हैं, उसने भी यही गल की कि तुसीं बयान जो दे रहे तो पढ़े लिखे ने, असल गल दसो। यानी कि जिथे भी सानूं लै गया गोल ही करदा रहा वे, मामला सारा गोलमोल ही रहा वे, जिस तरह जी बाकी लोगों ने दसिया जी उसी तरह ही रहा। ये मामू थे, इन्होंने तमाम तफसील बताई। अब हम मोहल्लेदार क्या कहते हैं, वहाँ के दुकानदार क्या कहते हैं, ये उनकी ज़ुबानी आपको सुनवाते हैं। भाई ने बहुत ही फरमा बरदार और बहुत ही नेक बच्चा सी, खास करके साढ़े हमसाया नाल बड़ा अच्छा उनका तलक सी, बड़ी इज्जत करता सी, उहदे नाल बहुत ज़्यादा ना ज्यादती और जुल्म होया। ठीक है, लिहाजा साडी आला काम तो अपील है कि इनके घर वालिਆਂ ਨੂੰ इंसाफ दवाया जाए। ਇਹ ਉਹਦੇ ਨਾਲ ਹੀ ਉਹਦੇ ਦੋਸਤ ਹੀ ਸੀ ਕਿ ਉੱਥੇ ਬੈਠਦੇ ਸੀ ਉਹਦੇ ਕੋਲ ਹੀ। ਠੀਕ ਹੈ, ਇੱਥੋਂ ਦੁਕਾਨ ਤੋਂ ਤਕਰੀਬਨ 9 ਵਜੇ ਖਾਣਾ ਖਾ ਕੇ ਤੇ ਘਰ ਵਾਲੀ ਸਾਈਡ ਤੇ ਗਿਆ, ਘਰ ਨਹੀਂ ਪਹੁੰਚਿਆ। ਘਰ ਵਾਲਿਆਂ ਨੇ ਉਹਨੂੰ ਤਲਾਸ਼ ਕਰਨਾ ਸ਼ੁਰੂ ਕਰ ਦਿੱਤਾ। ਉਸ ਤੋਂ ਬਾਅਦ ਇਹਨਾਂ ਗੁੰਮਸ਼ੁਦਗੀ ਦੀ ਰਿਪੋਰਟ ਦਿੱਤੀ ਹੈ। ਤਕਰੀਬਨ 5 ਤੋਂ 6 ਦਿਨ ਬਾਅਦ ਜਾ ਕੇ ਪਤਾ ਚੱਲਿਆ ਕਿ ਉਹਦੀ ਨਹਿਰ 'ਚ ਉਹਨਾਂ ਲਾਸ਼ ਮਿਲੀ ਹੈ। ਘਰ ਵਾਲੇ ਗਏ ਨੇ, ਜਾ ਕੇ ਦੇਖਿਆ, ਸ਼ਨਾਖਤ ਕੀਤੀ ਹੈ, ਉਹੀ ਬੱਚਾ ਸੀ। ਇਹ ਜਿਨ੍ਹਾਂ ਨੇ ਮਾਰਿਆ ਵੀ ਇਹਦੇ ਦੋਸਤ ਸੀ, ਇੱਥੇ ਹੀ ਬੈਠੇ ਰਹਿੰਦੇ ਸੀ, ਉਹਦੇ ਨਾਲ ਹੀ ਖਾਣਾ ਛਾਣਾ ਵੀ ਇਕੱਠੇ ਹੀ ਖਾਂਦੇ ਸੀ। ਉਹਨਾਂ ਨੇ ਇਹਨੂੰ ਲਿਜਾ ਕੇ ਨਹਿਰ 'ਚ ਗਲਾ ਦਬਾਇਆ, ਕੋਈ ਚੀਜ਼ ਲੋਹੇ ਵਾਲੀ ਮਾਰੀ ਸਿਰ ਦੇ ਵਿੱਚ। ਉਸ ਤੋਂ ਬਾਅਦ ਨਹਿਰ ਦੇ ਵਿੱਚ ਧੱਕਾ ਦੇ ਦਿੱਤਾ ਗਿਆ। ਤਨਵੀਰ ਭਾਈ ਸਨ, ਆਪਣੇ ਬੜੇ ਅੱਛੇ ਦੋਸਤ ਵੀ ਸਨ, ਜਾਣਨ ਵਾਲੇ ਵੀ ਸੀ। ਨਾ ਇਹਨਾਂ ਦਾ ਕਿਸੇ ਨਾਲ ਕੋਈ ਲੜਾਈ ਝਗੜਾ, ਨਾ ਕੋਈ ਲੈਣ ਦੇਣ, ਨਾ ਕੋਈ ਕਿਸੇ ਕਿਸਮ ਦੀ ਤਲਕ ਕਲਾਮੀ। ਉਹਦੇ 2 ਦੋਸਤ ਸਨ ਜਿਨ੍ਹਾਂ ਨੇ ਰਲ ਕੇ ਹਰਸਾ ਕੀਤਾ ਉਹਨਾਂ ਨੂੰ, ਔਰ ਇੱਥੋਂ ਗੁੰਮਰਾਹ ਕਰਕੇ ਅਗਵਾ ਕਰਕੇ ਤਕਰੀਬਨ 8:30-9 ਦਾ ਟਾਈਮ ਸੀ ਜਦੋਂ ਇੱਥੋਂ ਗੈਸ ਸਟਾਪ ਤੋਂ ਦੁਕਾਨ ਤੋਂ ਹੀ ਉਹਨਾਂ ਨੂੰ ਹਰਸਾ ਕਰਕੇ ਤੇ ਲੈ ਗਏ ਨੇ। ਤੇ ਅੱਗੇ ਜਾ ਕੇ ਉਹਨਾਂ ਦੇ ਨਾਲ ਕੋਈ ਹੋਰ ਵੀ ਨਾਲ ਮੁਲਜ਼ਮ ਸ਼ਾਮਲ ਸਨ, ਤੇ 4 ਬੰਦਿਆਂ ਨੇ 5 ਬੰਦਿਆਂ ਨੇ ਮਿਲ ਕੇ ਰਲ ਕੇ ਉਹਨੂੰ ਮਾਰਿਆ। ਮਾਰ ਕੇ ਤੇ ਉਸ ਤੋਂ ਬਾਅਦ ਫਿਰ ਕੋਈ ਤਕਰੀਬਨ 4-5 ਦਿਨਾਂ ਬਾਅਦ ਜਾ ਕੇ
ਸਾਨੂੰ ਕੋ ਥੋੜੀ ਜੀ ਖਬਰ ਮਿਲੀ ਇਹਨਾਂ ਦੇ ਘਰ ਵਾਲਿਆਂ ਨੂੰ, ਉਹਨਾਂ ਨੇ ਪਤਾ ਪੁੱਛਰ ਕਰਾਇਆ ਤੇ ਕਸੂਰ ਥਾਣੇ 'ਚੋਂ ਜਾ ਕੇ ਉਹਨਾਂ ਦੀ ਲਾਸ਼ ਮਿਲੀ ਹੈ। ਤੇ ਜਦੋਂ ਲਾਸ਼ ਦੀ ਸ਼ਨਾਖਤ ਹੋਈ ਹੈ ਤੇ ਉਹ ਸਾਡੇ ਤਨਵੀਰ ਭਾਈ ਸਨ ਤੇ ਉੱਥੋਂ ਫਿਰ ਜਿਹੜੀ ਹੈਗਾ ਕਾਰਵਾਈ ਵੀ ਕੀਤੀ ਜਾ ਰਹੀ ਹੈ। ਤੇ ਹੁਣ ਅਪੀਲ ਹੈ ਸਾਡੀ ਕਿ ਸਾਨੂੰ ਜਲਦ ਤੋਂ ਜਲਦ ਇਨਸਾਫ ਮਿਲ ਜਾਵੇ, ਅਸੀਂ ਤਾਂ ਕਿ ਉਹਨਾਂ ਦੇ ਮਾਂ ਨੂੰ ਵੀ ਹੌਸਲਾ ਹੋਵੇ, ਉਹਨਾਂ ਦੇ ਭਾਈਆਂ ਨੂੰ ਵੀ ਹੌਸਲਾ ਹੋਵੇ। ਇਹ ਸਾਡੀ ਅਪੀਲ ਹੈ ਵਜ਼ੀਰੇ ਵਾਲਾ ਪੰਜਾਬ ਮਰੀਮ ਨਵਾਜ਼ਾ ਸਾਹਿਬਾ ਸੇ कि वो साढ़े जल्द तो जल्द सानू इंसाफ दिलाया जाए। हमारे पास ही रहने वाला बच्चा था, बहुत नाइस पर्सन था माशाल्लाह, किसी के साथ उसकी कोई किसी किस्म की अदावत नहीं थी, हर बंदे के साथ मिलजुल के और ख़ुशी के साथ रहने वाला था। बस उसके दोस्तों ने इस चीज़ की समझ नहीं आई कि क्यों उसके साथ इतनी ज़्यादा ज़्यादती की और इतना ज़्यादा जुल्म हुआ उसके साथ, कि जिसका जो है ना वो एक बहुत ज़्यादा मुश्किल है इसको एक्सेप्ट करना कि जितना उसके साथ जुल्म और ज़्यादती की गई है। लिहाजा इसके ख़िलाफ़ जिन्होंने उसके साथ इतना जुल्म किया है उनके ख़िलाफ़ हुकूमत को बहुत ज़्यादा हैवी लेवल का एक्शन लेना चाहिए, ताकि नेक्स्ट आने वाले जितने भी इस तरह के मामलात हैं इनसे गुरेज़ किया जाए और काफ़ी ज़्यादा जो लोग हैं वो इन चीज़ों से बच सकें। बहुत नाइस पर्सन था, हर किसी के साथ मिलजुल के रहने वाला था, कोई उसके अंदर किसी किस्म की कोई बदकारी नहीं थी, कोई किसी किस्म का जुल्म, कोई लड़ाई झगड़ा, कोई बद अखलाक़ी होती है, कोई इस तरह के मामलात नहीं थे उसके अंदर। वो बहुत नाइस पर्सन था, तो उसकी जितनी भी तारीफ़ की जाए अल्लाह पाक उसकी बख्शिश फरमाए। बस वो ये है कि उसके साथ बहुत ज़्यादा जुल्म हुआ है, बहुत ज़्यादा ज़्यादती की गई है और इसके लिए हुकूमत को चाहिए कि बहुत ज़्यादा ना अच्छे लेवल पर इक़दाम किए जाएँ, ताकि इस लिहाज से ना लोग बच सकें। बहुत ज़्यादा जुल्म हो रहा है इस तरह ना। तो उसके फ्रेंड ही हैं, दोस्त ही हैं, उसके साथ बैठ के खाने पीने वाले लोग थे जिन्होंने उसके साथ बहुत ज़्यादा जुल्म किया है। अब इस चीज़ की हमें नहीं समझ आ रही कि उसके साथ इतना जुल्म क्यों किया गया, लेकिन ज़्यादती हुई है बच्चे के साथ, बहुत ज़्यादा ज़्यादती हुई है। तनवीर दे बारे तनवीर भाई दुकान ते सी, इत्थे दोस्त भी मेरा शागिर्द भी है, मैं उन्हां दा उस्ताद हाँ। ते तकरीबन रात दा 9 बजे का टाइम से ते खाना खुना खादा सी, खाना खुना खा के ते कह रहे सी मैं घर जाना वा। तकरीबन घर नहीं पहुँचा हो तो मैं सुबह 11 बजे दुकान बंद की, 11 बजे दुकान बंद करके जाके घर पूछा भी तनवीर नहीं आए रात दे, खैर मैं कला ड्यूटी करन दिया, खैर हो भी नहीं आए। उन्होंने दसिया, उन्होंने कहा भी तनवीर भाई रात दे घर नहीं आए। तो फिर उन्होंने कॉल कूल की आसे पासे दोस्तों को कॉल की, दोस्तों ने कहा भी नहीं साढ़े को नहीं पहुँचा। तकरीबन कोई 5 7 10 दिन बाद पता चल गया भी वो दोस्तों के नाल ही गया सी, जिन्होंने नाल गलबात करदा सी उन्होंने नाल ही गया सी, ते उन्होंने जाके BRB नहर ਉਹਦੇ ਵਿੱਚ कतल करके सिट दिता है। अब हम इस केस की तफ्तीश के बारे में बात करते हैं। पुलिस स्टेशन शुमाली छोनी जो इंचार्ज इन्वेस्टिगेशन है जमशेद तारड़ साहब, उनकी ज़ुबानी जानते हैं कि पुलिस की इन्वेस्टिगेशन क्या कहती है। और तनवीर के लॉ हकीम जो है वो ये कहते हैं कि उन्हें नहीं पता कि कत्ल क्यों किया गया, उसका 10 से 12 साल पुराना दोस्त था, उसने कत्ल किया, कत्ल की वजह क्या है, कोई लेन देन का मामला था या कोई और वजह थी। पुलिस की इन्वेस्टिगेशन में मुलजमान ने क्या स्टेटमेंट दिया और अब तक इंचार्ज इन्वेस्टिगेशन जो ख़ुद इस केस की जो है वो सारी लुक आफ्टर कर रहे थे, इन्होंने क्या तफ्तीश की, क्या हक़ाइक़ सामने आए, ये हम इनकी ज़ुबानी जानते हैं। जमशेद साहब, तनवीर जो है वो एक आम जो है वो जूस शॉप उसकी थी और कोई इतना पैसे वाला भी नहीं था, घर भी उसका बड़ा नॉर्मल सा था, बूढ़ी माँ है और बीवी है। क्या हुआ, कत्ल करने वालों ने क्या इंकशाफात किए कि क्यों मारा गया उसको? ये कत्ल के पीछे ना जी एक बैकग्राउंड है, पूरी स्टोरी है। स्टोरी यूँ है कि तनवीर जो है वो दोस्त था मारने वालों का, जो है वो इसका तकरीबन जो है पिछले 14 साल से जो है वो दोस्त है। जो है वो मल्लेदार था लेकिन उसकी दोस्ती जो है वो नई थी। इन दोनों के साथ इसका रिलेशन साथ पुराना था और इसमें जो बेसिक जो चीज़ थी, जो इशू था, वो इनके आपस में हम जिन्स परस्ती थी। जो है वो इसके इलीगल रिलेशन काफ़ी पुराने थे। अच्छा। नहीं ही जो है इसकी शादी जो मकतूल है तनवीर, शादी भी उसने करवाई थी और शादी भी गाँव मनहाला में हुई थी। जो इसका 15 साल पुराना दोस्त ताल्लुक़ था। हाँ जी। और हम जिन्स परस्ती का मामला था। ठीक है। अब इनकी चूँकि दोस्ती पुरानी थी, इसमें नया बंदा ऐड होता है। ठीक है। अब इलीगल रिलेशन था लेकिन चूँकि जब
पता चला तो जो है उसकी लड़ाई जो है पहले के साथ शुरू हुई कि तुम उसके साथ तेरे इलीगल रिलेशन क्यों हैं। ठीक है। जब उसने इनकार कर दिया कि मैं तनवीर के साथ जो है वो दोस्ती रखूँगा, तो इसने दोबारा आके तनवीर को समझाया। तनवीर जो मकतूल है उसने भी इनकार किया। उसने कहा कि मेरे दोनों के साथ इक्वल रिलेशन है, मैं किसी की वजह से दूसरे को नहीं छोड़ूंगा। ठीक है। फिर है वो भी मकतूल की तरफ आया, उसने कहा कि छोड़ दे। एक्चुअली दोनों के जो मारने वाले हैं इंटरेस्ट दोनों का सेम था। ठीक है। उसके बाद जो है जब उसने इनकार कर दिया मकतूल ने दोनों को, तो 10-15 दिन के बाद दोनों का चूँकि इंटरेस्ट कॉमन था, तो दोनों ने कहा कि जिसकी वजह से हम आपस में लड़ मार रहे हैं, ना तो वो मेरा सगा है ना आपका सगा है, तो क्यों ना जिसकी वजह से हमारा आपस में डिस्प्यूट बन गया, हम इसको जो है रास्ते से हटा दें, ताकि ना हम आपस में लड़ेंगे और ना उसकी वजह से लड़ाई होगी। ठीक है। तो इन्होंने मारने से एक दिन कबल 8 तारीख को मर्डर हुआ है। 7 तारीख को इन्होंने दोनों ने प्लानिंग बनाई। इसमें एक और दोस्त इन्होंने ऐड किया जो बेसिकली है वो उसका कज़न था, कि हम किस तरह जो है इसको इन्वॉल्व करके बातों में किस तरह नहर के किनारे लेके जाएंगे और किस तरह मारने के बाद जो है नहर में फेंक देंगे, ना किसी को शक होगा ना हम पे बात आएगी। ठीक है। तो 8 तारीख को शाम को तकरीबन 8 बजे ये दुकान अपनी छोड़ता है और ख़ुद ही जो है वह चिंग चीक पे बैठ के अरबंसपुर चला जाता है। ठीक है। मकतूल जो है वो इसका राब्ता था उनके साथ मोबाइल पे, जो है आगे अरबंसपुरा पुल से उसको अपने साथ लेके चला जाता है खैरे पुल के पास। खैरे पुल जब वहाँ पे लेके जाता है तो इसके पीछे पीछे जो है जिस तरह उनकी प्लानिंग थी, प्लानिंग के मुताबिक और उसका जो कज़न है वो भी वहाँ पे पहुँच जाते हैं। थोड़ी देर के लिए ये वहाँ पे बैठे रहते हैं, चीज़ें वगैरह खाते हैं, उसको बातों में इन्वॉल्व करते हैं और उसके बाद जो है वो एक नहर के किनारे जाके बैठ देते हैं। बेसिकली चूँकि इनकी प्लानिंग थी, प्लानिंग के मुताबिक जो है वो रिक्शा चलाता था, तो उसने एक दिन पहले जब प्लानिंग हुई थी तो लोहे का राड लेके उसने ऑटो अपना जो रिक्शा है चिंची उसमें रख लिया था। ठीक है। किस तरह हमने जो है वो इसको मारना है और उसके बाद नहर में फेंकना है। इसी तरह तनवीर जो है ये वहाँ पे इकट्ठे बैठे होते हैं। बैठने के बाद जो उसका कज़न है वो पीछे से उनको लोहे का राड देता है। राड जो है वो पहले सर में मारता है, फिर उसके बाद जो है दूसरा जो है वो उसके मारता है। इसी तरह जब उसका मर्डर हो जाता है तो उसके बाद जो है वो उसको उठा के नहर में फेंक देते हैं। ये बेसिकली वक़ुआ जो है वो 8 तारीख को सारा पेश आया, लेकिन जो उसके वारसान हैं मकतूल के वो अपने तौर पर तलाश करते रहे हैं। जब उनको उसकी किसी जगह से जो है वो बाजियाबी नहीं हो सकी तो उन्होंने हमारे पास 12 तारीख को मुकदमा दर्ज करवाया। ठीक है। अच्छा जमशेद साहब ये बताएं कि बड़ी ही अजीब सी कहानी है। मकतूल के हर घर के जो मेंबर हैं, फ़र्द हैं, उनसे पूछा कि कत्ल की वजह क्या है, तो उनके पास कोई जवाब नहीं था। कोई लेन देन, कोई लड़ाई झगड़ा, कोई किसी को क्यों मारेगा, कत्ल क्यों करेगा, कोई तो वजह नात होगी। तो क्या इन्वेस्टिगेशन के दौरान जब ये इंकशाफात हुए और मुलजमान पकड़े गए तो उनको घर वालों को बताया कि वजह कत्ल की ये थी? बिल्कुल ऐसे ही है। हर लड़ाई के पीछे वजह होती है, मर्डर के पीछे वजह होती है। जो मारने वाले हैं उनका इंटरेस्ट कॉमन था, इस वजह से यही वजह बनी उनकी, उन्होंने अपनी जो अना है उसकी तस्कीन के लिए जो है वो इसका मर्डर किया। और जब हमने इसको ट्रेस किया, मैं जैसे आपको बता रहा था कि हमें डेड बॉडी जो है वो कसूर नहर से मिली है। कसूर वाली जो BRB वहाँ से गुजरती है, इलाका थाना मुसवाबाद, वहाँ से डेड बॉडी मिली है। घर वालों को दिखाई तो उन्होंने शनाख्त कर लिया। तो जब हम इस तरफ बढ़े या इनको पकड़ा तो उनका कहना था ये तो पुराने दोस्त हैं, ये मुमकिन ही नहीं है। ठीक है। जब हमने तफ्तीश की और तफ्तीश के बाद सारे इंकशाफात जो है वो मुल्ज़मान ने किए, उनके सामने किए, तो फिर उनको जो है इस बात पे जो है वो उन्होंने उनके घर वालों को कभी ये शुबा था कि इस तरह के कामों में ये मुलव्विस है तनवीर? जी, उसका जो भाई है उसको तो क्लियर नहीं था, लेकिन उसका जो मटरनल अंकल है जुल्फ़कार नामी, उसने क्लियर किया है कि उसको शक था, कन्फर्म नहीं था। मामू है वो शायद? जी वो मामू। वो जुल्फ़कार साहब जो हैं वो बता रहे थे कि मुझे शक था शुरू से कि इसके इस तरह के रिलेशन हैं। उसने मुझे पहले दिन जब ये मुकदमा दर्ज हुआ है तो उसने आगे मुझे बताया भी, ये बात बताई भी कि उसको इस तरह का इशू था। तो उस हवाले से जो है फिर हमने दूसरे तीसरे दिन जो है 14 तारीख को डेड बॉडी मिली और इस तरह फिर उसका कॉल डाटा का एनालिसिस किया, पहले पकड़ा, उसकी तफ्तीश की, तो उससे आगे फिर चीज़ें इस तरह जो है वो ब्रेक हुई और उसके हमराई मुल्ज़मान हमने पकड़े। ठीक है। अच्छा जमशेद साहब, उनने
पता था, लेकिन उन्होंने हमें तो इस बारे में नहीं बताया। यकीनन अब पुलिस की इन्वेस्टिगेशन में ये चीज़ें सामने आई हैं और मुलजमान ने भी इस बात का एतराफ़ किया। आप ये बताइएगा कि वो कहते हैं कि हम थाना चौकी गुलदश्त टाउन में एप्लीकेशन दे चुके थे, लेकिन 2-3 दिन एप्लीकेशन वहाँ पड़ी रही। वो पुलिस पे इल्ज़ाम ठहराते हैं कि पुलिस ने मुकदमा दर्ज नहीं किया गया है। वो आप इन्वेस्टिगेशन किया, ये ऑपरेशन का काम था मुकदमा दर्ज करना। फिर वो ये कहते हैं कि हमने इन्वेस्टिगेशन वालों को बहुत पहले ये भी बताया था कि ये दोस्त है, इसको पकड़े, इससे कुछ ना कुछ निकलेगा। वो कहते हैं फिर भी वो उसमें ताख़ीर हुई। इसमें क्या हकीकत है? देखिए, उन्होंने 12 तारीख को बताया था। वो बेसिकली उन्होंने नहीं बताया था। जब हमने उसका कॉल डाटा लिया तो हमने कहा कि बंदा कौन है, तो इन्होंने बताया कि ये इसका पुराना दोस्त है और उसने शादी भी इसकी करवाई है। तो जब हमें इनसे ये इन्फॉर्मेशन मिली तो हमने उसको वेरी नेक्स्ट डे जब हमने उसको टच किया तो उसने रूटीन में ही प्री अरेस्ट बेल करवाई हुई थी। यहाँ से हमारा शक जो है मज़ीद कन्फर्म हो गया, लेकिन जो कि उसके मामू ने हमें स्टोरी बताई थी कि इसका ये भी इशू है, तो हम पहले कोशिश करते रहे कि मगवी की तलाश होती है। अब 12 तारीख को हमारे पास मुकदमा दर्ज होता है, उसके बाद ही जो है वो तफ्तीश शुरू होती है और हमारा वर्क भी उसके बाद शुरू होता है। 14 तारीख को जो है वो हमें इसकी जो है वो डेड बॉडी की इतला आ जाती है कसूर से, और अगले दिन ही जो है वो हम इसको पकड़ के जो है वो सारी चीज़ क्लियर कर लेते हैं। मामला ये है कि आप देखें, वकूआ 8 तारीख को हो चुका था, मुकदमा जब दर्ज होना था तो तब ही इन्वेस्टिगेशन विंग ने हरकत में आनी था। बिल्कुल ठीक है। जमशेद साहब, ये बताएं कि आपकी कैरियर में, आपकी नौकरी में कभी ऐसा कोई मामला सामने आया जिसमें हम जिस परस्ती करने वाले लोगों ने किसी को कत्ल कर दिया हो? मेरी सर्विस के अंदर जी ये पहला ही वाक़या है। इससे कबल इस तरह का कोई वाक़या जो है वो मेरे सामने नहीं आया। मर्डर जो होते हैं वो दुश्मनियों में होते हैं, वो जो है ऑनर किलिंग भी होती है, लेकिन इस तरह का जो वाक़या है ये मेरी सर्विस का पहला वाक़या। तो इसमें दफ़ात कौन सी रहेंगी? 302 ही रहेगी या इसमें कोई अमेंडमेंट होनी है, या अभी तफ्तीश में पता मज़ीद चलेगा? मुलजमान यकीनन अभी रिमांड में हैं या जेल जा चुके हैं? जी नहीं, मुलजमान हमारे पास रिमांड पे हैं। इसमें जो है वो डॉक्टर की जो मेडिकल रिपोर्ट्स होती हैं उसके मुताबिक ही जो है वो जुर्म लगता है। जो हम जिन्स परस्ती का अगर मामला है, पोस्टमार्टम रिपोर्ट जो है वो फाइनल ओपिनियन डॉक्टर की आएगी, उसके मुताबिक जो है वो जुर्म लगाया जाएगा। सरदर्द जो है वो 302 ही है जिसके अंदर ये रिमांड पे है। ठीक है। जमशेद साहब, आखिरी सवाल है कि घर वाले कहते हैं कि जो डेड बॉडी मिली कसूर से, वो लाश कपड़े नहीं थे उस वक्त पहने हुए, तो उसके साथ इतना ज़रूर उन्होंने कहा कि शायद ज़्यादती भी उसके साथ की गई है। इसमें कितनी देखें, ये पॉसिबल है, लेकिन उसमें भी मैंने जैसे पहले आपके साथ जिक्र किया है कि मेडिकल रिपोर्ट्स जो है वो मैटर करती हैं। वो डॉक्टर की ओपिनियन होती है, PFS से रिपोर्ट्स आती हैं, उसके बाद पोस्टमार्टम रिपोर्ट की फ़ाइनल ओपिनियन डॉक्टर देता है। अगर इस तरह की बात होगी तो हम डेफिनेटली उसको तफ्तीश का हिस्सा बनाएंगे। ठीक है। ये थे जी इंचार्ज इन्वेस्टिगेशन जमशेद तारड़ साहब, जिन्होंने बड़ी डिटेल से हमें बताया। और जब हमने इस प्रोग्राम का आगाज़ किया घर वालों के साथ, माँ के साथ, भाई के साथ, भाभी के साथ, मामू के साथ, तो सबसे एक सवाल किया गया कि ये बताएं कि वजह अनात क्या है कत्ल की। कोई किसी को ऐसे कत्ल नहीं करता, कोई किसी को ऐसे नहीं मारता, कोई किसी को ऐसे बेदर्दी से कत्ल करने के बाद लाश को नहर में नहीं फेंकता। गो कि ये तमाम अमल गैर कानूनी है, लेकिन कोई ना कोई जवाज़ जो है वो मुलजिम बनाते हैं कि हमने इस वजह से इसका कत्ल किया। लेकिन जब इन्वेस्टिगेशन सामने आती है, इंचार्ज इन्वेस्टिगेशन जब हमें ये इंकिशाफात करते हैं कि मामला क्या था, 2 कातिल किस तरह से कत्ल करते हैं और दोनों का मुफाद एक था, दोनों की वजह एक थी, और मकतूल जो था वो किस वजह से कत्ल हुआ, ये तमाम चीज़ें इन्वेस्टिगेशन में सामने आई। जो लवाहिकीन हैं उनका मुतालबा है कि उनको इंसाफ मिलना चाहिए। यकीनन इन्वेस्टिगेशन पुलिस जो है इसका मुकम्मल चालान मुकम्मल करने के बाद अदालत में पेश करेगी, और जो मुलजमान जिस चीज़ के जिस सज़ा के मुस्तहिक हैं उनको वो सज़ा दी जाएगी। लेकिन वजह हमने भी पहली दफ़ा देखा, इन्वेस्टिगेशन इंचार्ज ये भी बताते हैं कि इनकी भी नौकरी में ये पहला केस है जिसकी वजह जो है वो मुनफरद किस्म की है, जिसके बारे में जो है ना कभी सुना
ना कभी पता चला कि इस वजह से भी किसी शख्स को कत्ल किया जा सकता है। ये था आज का जुर्म अंजाम। नए प्रोग्राम तक के लिए मुझे दीजिए इजाज़त। अल्लाह निगहबान।